ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਹੌਲੀ ਕਰ ਲਓ, ਇਸ਼ਾਰੇ ਨਾਲ ਕਰ ਲਓ, ਇਸ਼ਾਰੇ ਨਾਲ ਥੋੜਾ ਆਵਾਜ਼ ਤੇਜ਼ ਕਰੋ। ਵਾਹਿਗੁਰੂ ਵਾਹਿਗੁਰੂ। ਇਹੋ ਹੀ ਬੋਲਣ ਵਾਲਾ ਇੱਕ ਅੱਖਰ ਆ ਬਸ। ਇਹ ਅੱਖਰ ਨਹੀਂ ਬੋਲਿਆ ਤੇ ਇਸ ਕਰਕੇ ਸਾਡੀ ਇਹ ਹਾਲਾਤ ਨੇ ਅੱਜ। ਇੰਨਾ ਸੋਹਣਾ ਕੀਰਤਨ ਹੋ ਗਿਆ, ਇੰਨਾ ਮੀਂਹ ਪੈ ਗਿਆ, ਹੁਣ ਸੂਰਜ ਨੂੰ ਦੀਵਾ ਕੀ ਲੋਕ ਦਿਖਾਏ। ਕਰਦੇ ਵਾਹਿਗੁਰੂ 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 ਵਾਹਿਗੁਰੂ। ਇੰਨਾ ਮੀਂਹ ਪੈ ਗਿਆ ਨਾ, ਤੁਸੀਂ ਹੁਣ ਰੱਜ ਗਏ ਹੋ ਮੇਰਾ ਖਿਆਲ, ਹੋਰ ਸੁਣਨਾ ਨਹੀਂ ਚਾਹੁੰਦੇ। ਪਰ ਬਾਣੀ ਵਿੱਚ ਇੱਦਾਂ ਲਿਖਿਆ, ਹਉ ਗੁਰ ਸਲਾਹੇ ਨਾ ਰੱਜੂ, ਹਉ ਗੁਰ ਸਲਾਹੇ ਨਾ ਰੱਜੂ, ਕਦੇ ਵੀ ਨਾ ਰੱਜਾਂ। ਕੀ ਹੁਕਮ ਹੈ ਗੁਰੂ ਦਾ? ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਕਿੰਨੇ ਸਵਾਸ? ਸਾਸ 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 ਹੈ ਜੇਤੇ, ਮੈਂ ਗੁਰਮਤਿ ਨਾਮ ਸਮਾਰੇ। ਸਾਸ ਸਾਸ ਜਾਏ ਨਾਮੇ ਬਿਨ, ਸੋ ਬਿਰਥਾ ਸਾਸ ਬਿਕਾਰੇ। ਹੁਣ ਵਾਹਿਗੁਰੂ ਕਹਿਣ ਨੂੰ ਚਿੱਤ ਨਹੀਂ ਕਰਦਾ। ਉਹ ਤਾਂ ਕਹਿੰਦੇ ਸੀ, ਉਹਨਾਂ ਤੇ ਮਿਹਰ ਆ, ਕਹਿੰਦੇ ਸੀ ਪਏ, ਉਹ ਆਪਣੇ ਕਿਸੇ ਰੰਗ 'ਚ ਗਾਉਂਦੇ ਸੀ ਪਏ, ਤੇ ਅਸੀਂ ਤਾਂ ਬਿਨਾਂ ਰੰਗ ਤੋਂ ਥੱਲੇ ਬੈਠੇ ਸੀ। ਉਹ ਮੇਰੇ ਕੋਲ ਤਾਂ ਕੁਛ ਰਿਹਾ ਹੀ ਨਹੀਂ ਹੁਣ ਕਹਿਣ ਲਈ, ਸੁਣ ਕੇ ਕੁਛ। ਬੋਲੋ ਵਾਹਿਗੁਰੂ। ਕੁਛ ਨਹੀਂ ਰਿਹਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਇਹੀ ਹੋ ਸਕਦਾ ਹੁਣ। ਤਿੰਨਾਂ ਦੇਖ ਮਨ ਚਾਉ ਉਠੰਦਾ, ਹਾਂ ਕਦ ਪਾਈ ਗੁਣ ਤਾਸਾ। ਕਦੀ ਮੈਨੂੰ ਵੀ ਕੋਈ ਰੰਗ ਮਿਲੇਗਾ, ਕਦੀ ਮੈਨੂੰ ਵੀ ਕੋਈ ਪ੍ਰੇਮ ਦੀ ਕਣੀ ਮਿਲੇਗੀ, ਜਾਂ ਵਿਛੜੇ ਹੀ ਮਰ ਜਾਵਾਂਗੇ। ਵਿਛੋੜਾ ਹੀ ਤੇ ਦੁੱਖ ਹੈ। ਹਰ ਪ੍ਰਾਣੀ ਸਰੀਰ ਹਰ ਸਰੀਰ ਦੀ ਇੱਕੋ ਹੀ ਮੁਸ਼ਕਿਲ ਹੈ, ਇੱਕੋ ਹੀ ਪ੍ਰੋਬਲਮ ਹੈ ਤੁਹਾਡੀ ਸਾਰਿਆਂ ਦੀ ਤੇ ਮੇਰੀ। ਵਿਛੜੇ ਆ ਗੁਰੂ ਨਾਲੋਂ, ਤੇ ਕਦੋਂ ਦੇ ਵਿਛੜੇ ਆ? ਤੁਸੀਂ ਹੁਣ ਵਾਹਿਗੁਰੂ, ਤੁਸੀਂ ਬਹਿ ਜਾਓ, ਹੁਣ ਬਹਿ ਜਾਓ, ਕੋਈ ਨਾ। ਤੁਸੀਂ ਵੀ ਸੁਣ ਲਓ, ਤੁਹਾਡੇ ਵਾਸਤੇ ਵੀ ਆ। ਇੱਦਾਂ ਨਾ ਹੋਏ ਰਾਸ ਬਰਾਨੀ ਰੱਖ ਤੇ ਖਾਇਆ ਕਰਕਾ ਖੇਤ। ਲੋਕਾਂ ਦੇ ਖੇਤਾਂ ਦੀ ਰਾਖੀ ਕਰਦੇ ਰਹਿ ਗਏ, ਆਪਣਾ ਖੇਤ ਉਜੜ ਹੀ ਗਿਆ। ਬੜਾ ਔਖਾ ਖੇਲ ਆ। ਆਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਦੂਜਿਆਂ ਨੂੰ ਉਪਦੇਸ਼ ਕਰਨਾ ਬੜਾ ਸੌਖਾ ਆ, ਪਰ ਉਸ ਉਪਦੇਸ਼ ਤੇ ਜੋ ਉਪਦੇਸ਼ ਕੀਤਾ ਉੱਤੇ ਆਪ ਚੱਲਣਾ, ਇਹ ਬੜਾ ਔਖਾ ਹੈ। ਮਾਰੇ ਕਹਿੰਦੇ ਉਪਦੇਸ਼ ਨਾ ਕਰ, ਪਹਿਲਾਂ ਕਮਾ ਤੇ ਫਿਰ ਗਾ, ਪਹਿਲਾਂ ਕਮਾ ਤੇ ਫਿਰ ਬੋਲ। ਆਪ ਵਾਹਿਗੁਰੂ ਕਿਹਾ ਨਹੀਂ, ਤੁਹਾਨੂੰ ਕਿਵੇਂ ਕਵਾਂ ਵਾਹਿਗੁਰੂ ਕਿਹਾ ਕਰੋ। ਜੋ ਕਹਿਣਾ ਹੈ ਨਾ, ਪਹਿਲਾਂ ਕਮਾ ਇਸ ਸਰੀਰ ਤੇ। अब बड़े पवित्र दिन चल रहे हैं। उदा तो सारे ही दिन पवित्र ने। सिखी तो कोई दिन ऐसा है ही नहीं जिस दिन कोई शहीदी ना हुई हो। मैनू तो इन्ना की पता लगा भी असी ਜਿਹੜੇ ਪਹਿਲੇ ਸਿੱਖ ਤੇ ਸਾਡੇ 'ਚ ਕੀ ਫਰਕ ਸੀ। ਉਹ ਗੁਰੂ ਤੋਂ ਕੁਰਬਾਨ ਹੁੰਦੇ ਸੀ ਤੇ ਅਸੀਂ ਹੁਣ ਗੁਰੂ ਤੋਂ ਕੁਰਬਾਨ ਹੋਣਾ ਛੱਡ ਦਿੱਤਾ। ਸਾਡੇ ਤੇ ਉਹਨਾਂ ਵਿੱਚ ਇੰਨਾ ਫਰਕ ਆ ਵੀ ਉਹ ਗੁਰੂ ਤੋਂ ਕੁਰਬਾਨ ਹੁੰਦੇ ਸੀ, ਅਸੀਂ ਕੁਰਬਾਨ ਹੋਣਾ ਛੱਡਤਾ। ਅਸੀਂ ਕਿ ਅਸੀਂ ਦਿਨ ਮਨਾਵਾਂਗੇ, ਗੁਰਪੁਰਬ ਮਨਾਵਾਂਗੇ, ਲੱਡੂ ਜਲੇਬੀਆਂ ਖਾਵਾਂਗੇ। ਹੈ ਕੋਈ ਮਾਂ, ਹੈ ਕੋਈ ਪਿਤਾ ਜਿਹਨੇ ਇੱਥੇ ਖੜੇ ਹੋ ਕੇ ਮੰਗ ਕੀਤੀ ਹੋਵੇ ਮੇਰੇ ਘਰ ਵੀ ਸਾਹਿਬਜ਼ਾਦਾ ਅਜੀਤ ਸਿੰਘ ਵਰਗਾ ਪੁੱਤਰ ਪੈਦਾ ਕਰ ਦਿਓ, ਮੇਰੇ ਘਰ ਵੀ ਫਤਿਹ ਸਿੰਘ ਜ਼ੋਰਾਵਰ ਸਿੰਘ ਵਰਗਾ ਕੋਈ ਸਰੀਰ ਭੇਜ ਦਿਓ, ਕੋਈ ਆਤਮਾ ਭੇਜ ਦਿਓ।
ਨਹੀਂ ਅਸੀਂ ਕਵਾਂਗੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਉਹ ਵੀ ਬੜੇ ਵਿਰਲੇ ਹੀ ਕਹਿੰਦੇ ਨੇ, ਬਹੁਤੇ ਤਾਂ ਭੁੱਲ ਹੀ ਗਏ ਨੇ। ਬੋਲੋ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਇਹ ਆਖਿਆ ਕਰੋ ਵਾਹਿਗੁਰੂ। ਮੈਂ ਪੰਕਤੀ ਪੜ੍ਹਦਾ ਸੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਬੋਲੋ ਨਾਮ ਜਪੰਦੜੀ ਲਾਲੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਅੰਦਰ ਝਾਤੀ ਵੀ ਮਾਰੋ ਨਾ, ਕਿੱਥੇ ਗਈਆਂ ਲਾਲੀਆਂ ਸਾਡੀਆਂ? ਕੋਈ ਹੈ ਲਾਲੀ ਸਾਡੇ ਚਿਹਰੇ ਤੇ? ਨਾਮ ਜਪੰਦੜੀ, ਨਾਮ ਜਪੰਦੜੀ ਬੋਲੋ। ਇੱਕ ਤਾਂ ਕਹਿੰਦੇ ਊਠ ਤੇ ਬਿਠਾਤਾ, ਕਹਿੰਦੇ ਕਥਾ ਕਰੋ। ਊਠ ਤੇ ਬਹਿ ਕੇ ਕਥਾ ਨਹੀਂ ਹੁੰਦੀ। ਇਹ ਥੋੜ੍ਹਾ ਜਿਹਾ ਸਿਸਟਮ ਬਦਲਣਾ ਪੈਣਾ ਸਾਨੂੰ। ਅੱਜ ਬਦਲ ਲਓ, ਕੱਲ੍ਹ ਬਦਲ ਲਓ, ਜਦੋਂ ਤੁਹਾਡਾ ਜੀ ਕਰੇਗਾ ਬਦਲ ਲਿਓ। ਗੁਰੂ ਤੇ ਸੰਗਤ, ਗੁਰੂ ਸੰਗਤ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਪਿਤਾ ਪੂਤ ਰਲ ਕੀਨੀ ਸਾਂਝ, ਪਿਤਾ ਹਮਾਰੇ ਪ੍ਰਗਟੇ ਮਾਂਝ। ਪਿਤਾ ਵਿੱਚ ਹੋਵੇ, ਤੂੰ ਬਾਪ ਮੇਰਾ ਹਾਂ ਪੂਤ ਤੇਰਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨੇ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਗਾਏ ਸੋਈ ਭਗਤ ਤੁਹਾਰਾ ਜੀਓ। ਜੇ ਕਿਤੇ ਹੀ ਵਿੱਚ ਹੋਵੇ ਤਾਂ ਆਪਾਂ ਸਾਰੇ ਇਹਨੂੰ ਘੇਰ ਕੇ ਬੈਠੇ ਹੋਈਏ, ਫਿਰ ਦੇਖੋ ਜਿਹੜੀ ਕਲਾ ਵਰਦੀ ਹੈ। ਇਹ ਗਾਉਂਦੇ ਹੁੰਦੇ ਤੇ ਅਸੀਂ ਸਾਰੇ ਮਗਰ ਬੋਲਦੇ ਹੁੰਦੇ। ਹੁਣ ਤੇ ਇਕੱਲੇ ਹੀ ਗਾਉਂਦੇ ਸੀ ਨਾ, ਆਪਾਂ ਥੱਲੇ ਬੈਠੇ ਸੀ। ਜੇ ਆਪਾਂ ਇਹਨਾਂ ਦੇ ਮਗਰ ਨਾਲ ਬੈਠੇ ਹੁੰਦੇ, ਨਾਲ ਇਹਨਾਂ ਦੇ, ਤੇ ਇੱਕ ਪੰਕਤੀ ਇਹ ਬੋਲਦੇ ਤੇ ਅਸੀਂ ਵੀ ਉਨੀ ਗੱਜ ਕੇ ਬੋਲਦੇ, ਤੇ ਫਿਰ ਦੇ ਸਾਰੇ ਜਣੇ ਰਲ ਕੇ ਅੰਮ੍ਰਿਤ ਪੀਂਦੇ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਦਾਨਾ। ਅਜੇ ਤਾਂ ਬੰਦ ਹੀ ਹੈ, ਖੋਲਿਆ ਨਹੀਂ, ਅਜੇ ਤਾਂ ਮੱਥਾ ਹੀ ਟੇਕਿਆ ਨਾ। ਬੋਲੋ ਵਾਹਿਗੁਰੂ। ਮੱਥਾ ਟੇਕਣਾ ਕੁਛ ਨਹੀਂ ਹੋਣਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਕਹਿੰਦੇ ਨੇ ਹਜ਼ਾਰਾਂ ਵਾਰੀ ਆ, ਇੱਕ ਦਿਨ ਵਿੱਚ 1000 ਵਾਰੀ ਗੁਰਦੁਆਰੇ ਆ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ। ਜੇ ਗੁਰੂ ਦੀ ਪ੍ਰਤੀਤ ਹੀ ਨਹੀਂ, ਸ਼ਬਦ ਨਾਲ ਪ੍ਰੇਮ ਹੀ ਨਹੀਂ, ਭਾਵੇਂ ਤੂੰ 100 ਗੇੜਾ ਰੋਜ਼ ਗੁਰਦੁਆਰੇ ਮਾਰ, ਸੁੱਖ ਨਹੀਂ ਮਿਲਣਾ। ਕਿਹੜਾ ਸੁੱਖ? ਪਰਮਾਤਮਾ ਦੀ ਪ੍ਰਾਪਤੀ। ਅਸੀਂ ਦੁਨੀਆ ਦਾ ਸੁੱਖ ਹੀ ਸੁੱਖ ਕਹੀ ਜਾਂਦੇ ਹਾਂ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਘਰ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਗਏ, ਤੇ ਬਾਹਰ ਸਾਰੇ ਹੀ ਪਰਮਾਤਮਾ ਦਿਸ ਪਿਆ। ਕਹਿੰਦੇ ਆ ਸਾਰੇ, ਸਾਰੀ ਜਗ੍ਹਾ ਤੇ ਵਾਹਿਗੁਰੂ ਹੈ ਵਾਹਿਗੁਰੂ ਹੈ ਵਾਹਿਗੁਰੂ ਹੈ। ਦੇਖਿਆ ਕਿਸੇ ਨੇ? ਕਿਉਂ ਨਹੀਂ ਦੇਖਿਆ? ਅੰਦਰ ਨਹੀਂ ਦੇਖਿਆ। ਪਹਿਲੀ ਸ਼ਰਤ ਹੈ ਅੰਦਰ। ਸਭ ਕੁਛ ਘਰ ਮੈਂ, ਬਾਹਰ ਨਾਹੀਂ। ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ, ਇਹ ਗੁਰੂ ਪ੍ਰਸਾਦ ਹੈ, ਧਿਆਨ ਰੱਖਿਓ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੋਹੇਲਾ ਜੀਓ। ਇੱਕ ਸ਼ਬਦ ਬੜਾ ਪਿਆਰਾ ਬੋਲਦੇ ਨੇ ਸਾਰੇ, ਆਪਾਂ ਬੋਲਦੇ ਹਾਂ ਜਿਹੜੇ ਗੁਰੂ ਸਰੂਪ, ਗੁਰੂ ਰੂਪ, ਸਾਧ ਸੰਗਤ ਜੀ ਬੋਲਦੇ ਆ ਨਾ। ਗੁਰੂ ਰੂਪ, ਗੁਰੂ ਸਰੂਪ, ਸਾਧ ਸੰਗਤ ਜੀ। ਇਹ ਲਫ਼ਜ਼ ਤੁਸੀਂ ਸੁਣਿਆ ਸਾਰਿਆਂ ਨੇ ਜੀ? ਹਾਂਜੀ, ਥੋੜਾ ਸਿਰ ਸੁਰ ਲਾਓ, ਮੈਨੂੰ ਪਤਾ ਲੱਗੇ ਨਾ, ਕਿਤੇ ਹੋਰ ਹੀ ਖਿਆਲਾਂ 'ਚ ਨਾ ਉਲਝੇ ਰਹੋ। ਹੁਣ ਦੇਖੋ, ਆਪਾਂ ਤੁਸੀਂ ਵੀ ਦੇਖੋ, ਜਦੋਂ ਘਰ ਜਾਓਗੇ ਸ਼ੀਸ਼ਾ ਲੈ ਕੇ ਵੇਖ ਲਿਓ, ਤੁਹਾਡਾ ਸਰੂਪ ਮਾਤਾ ਸਾਹਿਬ ਕੌਰ ਨਾਲ ਮਿਲਦਾ। ਤੁਸੀਂ ਵੀ ਸ਼ੀਸ਼ੇ ਅੱਗੇ ਖੜੇ ਹੋ ਕੇ ਵੇਖ ਲਿਓ, ਗੁਰੂ ਗੋਬਿੰਦ ਸਿੰਘ ਨਾਲ ਸਰੂਪ ਮਿਲਦਾ। ਗੁਰੂ ਰੂਪ, ਗੁਰੂ ਸਰੂਪ, ਸਾਧ ਸੰਗਤ ਤਾਂ ਕਹਿੰਦੇ ਸੀ ਵੀ ਗੁਰੂ ਵਰਗਾ ਸਰੂਪ ਹੈ। ਜਿਹੋ ਜਿਹਾ ਸਰੂਪ ਗੁਰੂ ਗੋਬਿੰਦ ਸਿੰਘ ਦਾ, ਹੋ ਜਾ ਉਹਦੇ ਸਿੱਖ ਦਾ ਹੈ। ਤੇ ਉਹਨੇ ਕਿਹਾ ਵੀ ਸੀ, ਖਾਲਸਾ ਮੇਰਾ ਰੂਪ ਹੈ, ਖਾਲਸੇ ਮੈਂ ਹੋ ਕਰੂੰ। ਤੇ ਕਿੱਥੇ ਲੱਭਦੇ ਉਹਨੂੰ? ਹੁਣ ਲੱਭਣਾ ਤੇ ਆਪਣੇ ਆਪ ਇੱਕ ਸੀ ਨਾ। ਬੋਲੋ ਵਾਹਿਗੁਰੂ। ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਕਿਸੇ ਨੇ ਸੁਣਿਆ ਵੀ, ਉਹਨੇ ਬਹੁਤ ਕਿਤਾਬਾਂ ਲਿਖੀਆਂ ਨੇ। ਬੋਲੋ ਵਾਹਿਗੁਰੂ। ਉਹ ਕਹਿੰਦੇ ਇੱਕ ਵਾਰੀ ਮੈਂ ਅਨੰਦਪੁਰ ਸਾਹਿਬ ਚਲਾ ਗਿਆ, ਤੇ ਮੈਂ ਕਿਹਾ ਮੈਂ ਗੁਰੂ ਦੀ ਤਸਵੀਰ ਬਣਾਉਣੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਬਣਾਉਣੀ ਹੈ। ਤੇ ਅਨੰਦਪੁਰ ਸਾਹਿਬ ਚਲਾ ਗਿਆ, ਤੇ ਉੱਥੇ ਲੋਕਾਂ ਨੂੰ ਪੁੱਛਿਆ, ਪੁਰਾਣੇ ਬਜ਼ੁਰਗਾਂ ਨੂੰ, ਕਿ ਇਹੋ ਜਿਹਾ ਸੀ ਮੇਰਾ ਗੁਰੂ। ਪੁੱਛੂੰ ਸੰਤ ਮੇਰਾ ਠਾਕੁਰ ਕੈਸਾ?
ਦਰਿਆਵਾਂ ਨੂੰ ਪੁੱਛਿਆ, ਦਰਖਤਾਂ ਨੂੰ ਪੁੱਛਿਆ, ਉੱਥੇ ਦੀ ਧਰਤੀ ਨੂੰ ਪੁੱਛਿਆ ਕਿਹੋ ਜਿਹਾ ਸੀ। ਕਹਿੰਦਾ ਮੈਨੂੰ ਇੱਕ ਬਜ਼ੁਰਗ ਮਿਲਿਆ, ਕਹਿੰਦਾ ਤੂੰ ਉਹਦਾ ਸਰੂਪ ਨਹੀਂ ਬਣਾ ਸਕਦਾ ਵਾਹਿਗੁਰੂ, ਤੂੰ ਉਹਦੀ ਫੋਟੋ ਨਹੀਂ ਬਣਾ ਸਕਦਾ, ਉਹਦੀ ਤਸਵੀਰ ਨਹੀਂ ਬਣਾ ਸਕਦਾ, ਉਹਦੀ ਤਸਵੀਰ ਵਿੱਚ ਤੂੰ ਸਾਰੇ ਰੰਗ ਪਾ ਹੀ ਨਹੀਂ ਸਕਦਾ। ਜੇ ਵੀਰ ਰਸ ਪਾਏਗਾ ਤੇ ਸ਼ਾਂਤ ਰਸ ਰਹਿ ਜਾਏਗਾ, ਜੇ ਸ਼ਾਂਤ ਰਸ ਪਾਏਗਾ ਤੇ ਵੀਰ ਰਸ ਰਹਿ ਜਾਏਗਾ। ਤੂੰ ਸਾਰੇ ਰੰਗ ਉਹਦੀ ਤਸਵੀਰ ਵਿੱਚ ਨਹੀਂ ਪਾ ਸਕਦਾ। ਕਹਿੰਦਾ ਮੈਂ ਪੁੱਛਿਆ ਫਿਰ ਮੈਂ ਕੀ ਕਰਾਂ? ਤੇ ਤੁਸੀਂ ਹੈਰਾਨ ਹੋਵੇਗੇ ਜੋ ਨੇ ਜਵਾਬ ਦਿੱਤਾ। ਕਹਿੰਦਾ ਤੂੰ ਉਹਦੇ ਵਰਗਾ ਬਣ ਜਾ, ਤੁਸੀਂ ਉਹਦੇ ਵਰਗੇ ਬਣ ਜਾਓ, ਤੁਸੀਂ ਉਹਦਾ ਸਰੂਪ ਬਣ ਜਾਓ, ਤਾਂ ਹੀ ਮਨਾਇਆ ਹੈ। ਇੱਕ ਬੇਨਤੀ ਕਰਾਂ, ਗੁੱਸਾ ਤਾਂ ਨਹੀਂ ਮੰਨੋਗੇ? ਘੱਟ ਤੋਂ ਘੱਟ ਗੁਰਦੁਆਰੇ ਤਾਂ ਖੋਲ ਕੇ ਆ ਜਾ ਕਰੋ, ਸੋਹਣਾ ਲੱਗੇਗਾ ਉਹਨੂੰ। ਅੱਗੋਂ ਤੁਹਾਡੀ ਮਰਜ਼ੀ ਹੈ ਨਾ, ਦਾਸ ਨੇ ਜੋ ਦੇਖਿਆ ਕਹਿਣਾ ਫਰਜ਼ ਹੈ। ਬੋਲੋ ਵਾਹਿਗੁਰੂ। ਇੱਥੇ ਆਇਆ ਕਰੋ ਖੋਲ ਕੇ। ਉਹਨੇ ਕਿਹਾ ਸੀ ਇੱਕ ਵਾਰੀ, ਤੁਹਾਨੂੰ ਉਹੀ ਗੱਲਾਂ ਤੁਸੀਂ ਸੁਣੀਆਂ ਨੇ, ਥੋੜ੍ਹਾ ਢੰਗ ਹੁੰਦਾ ਕਹਿਣ ਦਾ। ਬੋਲੋ ਵਾਹਿਗੁਰੂ। ਉਹ ਦਰਬਾਰ ਲੱਗਿਆ ਤੇ ਮਾਤਾ ਨੇ ਪੁੱਛਿਆ ਮੇਰੇ ਸਾਹਿਬਜ਼ਾਦੇ ਕਿੱਥੇ ਨੇ? ਹੁਣੇ ਕਹਿ ਰਹੇ ਸੀ। ਤੇ ਕਹਿੰਦੇ ਕਿਹੜੇ ਸਾਹਿਬਜ਼ਾਦੇ? ਆ ਤੇਰੇ ਸਾਰੇ ਹੀ ਸਾਹਿਬਜ਼ਾਦੇ ਨੇ। ਇਹੀ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰ। ਹਾਂਜੀ, ਹੁਣ ਜਰਾ ਝਾਤੀ ਮਾਰੋ, ਜੇ ਤੁਸੀਂ ਤੇ ਮੈਂ ਉਸ ਮਹਿਫਿਲ 'ਚ ਬੈਠੇ ਹੁੰਦੇ, ਉਸ ਸੰਗਤ 'ਚ ਬੈਠੇ ਹੁੰਦੇ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ? ਘੱਟ ਤੋਂ ਘੱਟ ਮੈਨੂੰ ਵੇਖ ਕੇ ਤਾਂ ਨਹੀਂ ਕਹਿੰਦੇ, ਤੁਹਾਨੂੰ ਵੇਖ ਕੇ ਭਾਵੇਂ ਕਹਿ ਦਿੰਦੇ। ਜੇ ਉਹਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ, ਤੇ ਫਿਰ ਤੁਸੀਂ ਤੇ ਮੈਂ ਕਦੋਂ ਬਣਨਾ? ਲੰਗਰ ਖਾ ਕੇ ਬਣਨਾ ਤੇ ਪੈਣਾ ਹੈ ਨਾ। ਉਹਨੇ ਤੇ ਕਿਹਾ ਸੀ ਕਿੱਥੇ ਮੇਰਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਕਿੱਥੇ ਫਤਿਹ ਸਿੰਘ? ਕਹਿੰਦਾ ਆ ਨੇ ਨਾ, ਇਹ ਜਦੋਂ ਆਪਣੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਤਿਆਰ ਕਰਕੇ, ਦਮਾਲਾ ਸਜਾ ਕੇ, ਕਿਰਪਾਨ ਉੱਤੋਂ ਦੀ ਪਾ ਕੇ ਤੇ ਗੁਰਦੁਆਰੇ ਆਇਆ ਕਰਨਗੇ, ਤੇ ਮੈਂ ਉਹਨਾਂ 'ਚ ਆਪਣਾ ਫਤਿਹ ਸਿੰਘ ਦੇਖ ਲਿਆ ਕਰਾਂਗਾ, ਮੈਂ ਉਹਦੇ 'ਚ ਆਪਣਾ ਜ਼ੋਰਾਵਰ ਸਿੰਘ ਦੇਖ ਲਿਆ ਕਰਾਂਗਾ। ਬੋਲੋ ਵਾਹਿਗੁਰੂ। ਵਾਹਿਗੁਰੂ। ਕਹਿ ਰਹੇ ਸੀ ਧੰਨ ਧੰਨ ਮਾਤਾ ਗੁਜਰ ਕੌਰ ਜੀ, ਕਹਿ ਰਹੇ ਸੀ ਨਾ, ਤੁਸੀਂ ਵੀ ਕਿਹਾ ਸੀ। ਹਾਂਜੀ ਬੋਲੋ ਥੋੜ੍ਹਾ ਜਿਹਾ। ਤੁਸੀਂ ਕਦੋਂ ਬਣਨਾ ਮਾਤਾ ਗੁਜਰ ਕੌਰ? ਤੁਸੀਂ ਕਦੋਂ ਆਪਣੇ ਬੱਚਿਆਂ ਨੂੰ ਸਜਾਉਣਾ ਹੈ? ਬੋਲੋ ਵਾਹਿਗੁਰੂ। ਮੇਰੇ ਕੋਲ ਤਾਂ ਮੈਂ ਜਿਹੜੀ ਗੱਲ ਸੁਣਾਉਣਾ ਨਾ, ਪ੍ਰੈਕਟੀਕਲ ਸੁਣਾਉਣਾ। ਸਾਡਾ ਘਰ ਹੈ, ਸਾਡੇ ਘਰ ਦੇ ਸਾਹਮਣੇ ਦਰਵਾਜ਼ਾ ਸੀ, 2 ਬੱਚੇ ਹੀ, ਇੰਨੀ ਕੀ ਉਮਰ ਹੋਏਗੀ 5-7 ਸਾਲ ਦੀ, ਸਿਰ 'ਤੇ ਗੁੱਟੀਆਂ, ਸਕੂਲੇ ਜਾਣਾ, ਸੋਹਣੇ ਲੱਗਣਾ, ਸਾਡੇ ਘਰ ਵੀ ਖੇਡਣ ਆ ਜਾਣਾ ਉਹਨਾਂ ਨੇ। ਇੱਕ ਦਿਨ ਮੈਂ ਬੈਂਕ ਤੋਂ ਆਇਆ ਆਪਣੀ ਡਿਊਟੀ ਤੋਂ, ਕੀ ਦੇਖਦਾ ਮੈਂ ਦੋਨਾਂ ਦੇ ਸਿਰ 'ਤੇ ਕੇਸ ਹੈ ਨਹੀਂ। ਮੈਂ ਆਪਣੀ ਸਿੰਘਣੀ ਨੂੰ ਪੁੱਛਿਆ ਵੀ ਆਹ ਕੀ ਹੋਇਆ? ਜਾਂ ਉਹਨੂੰ ਬੁਲਾ ਕੇ ਲਿਆ। ਉਹਨੂੰ ਮੈਂ ਘਰ ਬੁਲਾਇਆ, ਮੈਂ ਕਿਹਾ ਪੁੱਤਰ ਆ ਕੀ ਕੀਤਾ? ਇਹਨਾਂ ਦੇ ਕੇਸ ਕਾਹਤੋਂ ਕੱਟ ਦਿੱਤੇ ਨੇ? ਕਹਿੰਦੀ ਵੀ ਵਾਹਿਗੁਰੂ, ਕਹਿੰਦੀ ਭਾਜੀ ਇਹ ਸਕੂਲ ਜਾਣ ਤੋਂ ਲੇਟ ਹੋ ਜਾਂਦੇ ਸੀ, ਮੇਰੇ ਕੋਲ ਇਹਨਾਂ ਦੀਆਂ ਗੁੱਟੀਆਂ ਨਹੀਂ ਸੀ ਕਰਨ ਹੁੰਦੀਆਂ, ਇਹਨਾਂ ਦੇ ਜੂੜੇ ਨਹੀਂ ਸੀ ਕਰਨ ਹੁੰਦੇ। ਆਹ ਅੱਜ ਦੀ ਗੁਜਰੀ, ਆਹ ਅੱਜ ਦੀ ਸਿੱਖੀ। ਬੋਲੋ ਵਾਹਿਗੁਰੂ। ਆ ਬਹੁਤੀਆਂ ਬੀਬੀਆਂ ਦੇਖਿਆ ਜੁੱਤੀਆਂ ਹੀ ਪਾ ਕੇ ਆਈ ਜਾਂਦੀਆਂ, ਜਰਾਬਾਂ ਪਾਈਆਂ ਨੇ ਜੁੱਤੀਆਂ ਵਰਗੀਆਂ, ਕੋਈ ਭੈ ਹੀ ਨਹੀਂ, ਕੋਈ ਭਾਵਨੀ ਹੀ ਨਹੀਂ, ਬਸ ਜਿੱਦਾਂ ਕਿਸੇ ਦਾ ਜੀ ਕਰਦਾ ਤੁਰਿਆ ਆਉਂਦਾ। ਆਏ ਕਿੱਥੇ ਆ ਰਹੇ ਹੋ? ਕਿਹਦੇ ਦਰਬਾਰ 'ਚ ਆ ਰਹੇ ਹੋ? ਪਹਿਲਾਂ ਪ੍ਰਤੀਤ ਤੇ ਲਿਆਓ। ਇਹ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਇਹ ਗੁਰੂ ਨਾਨਕ ਸਾਹਿਬ ਪ੍ਰਕਾਸ਼ ਨੇ ਸ਼ਬਦ ਰੂਪ ਵਿੱਚ। ਜਰਮਨ ਤੋਂ ਇੱਕ ਸਿੱਖ ਆਉਂਦਾ, ਸ੍ਰੀ ਹਰਿਮੰਦਰ ਸਾਹਿਬ, ਜਰਮਨ ਦਾ ਬੰਦਾ, ਸਿੱਖ ਕਹਿਤਾ ਸਿੱਖ ਹੀ ਆ, ਉਹ ਸਾਡੇ ਨਾਲੋਂ ਚੰਗਾ ਆ। ਜਰਮਨ ਉੱਥੇ 10-20 ਦਿਨ ਰਹਿੰਦਾ। ਉਹਦੇ ਦੂਸਰੇ ਸੱਜਣ ਮਿੱਤਰ ਵੀ ਆਏ ਸੀ ਇੰਡੀਆ ਦਾ ਸੈਰ ਕਰਨ। ਉਹ ਉੱਥੋਂ ਉਹਨੂੰ ਕਹਿੰਦੇ ਚਲੋ ਚਲੀ ਅੱਗੇ, ਕਹਿੰਦਾ ਮੈਂ ਨਹੀਂ ਜਾਣਾ, ਤੁਸੀਂ ਜਾਓ, ਮੈਨੂੰ ਇੱਥੇ ਠੰਡ ਪੈਂਦੀ ਹੈ। ਉਹ 20-25 ਦਿਨ ਉੱਥੇ ਰਿਹਾ, ਤੇ ਉਹਨੂੰ ਉੱਥੋਂ ਲੈ ਜਾਣਾ ਸੀ ਉਹਨੇ ਵਾਪਸ, ਤੇ ਜਾਣ ਲੱਗਾ ਉੱਥੇ ਲਿਖ ਕੇ ਗਿਆ ਆਪਣੇ ਤਜਰਬੇ, ਉਹ ਜਿਹੜੀ ਕਿਤਾਬ ਉੱਥੇ ਰੱਖੀ ਹੈ ਦਰਸ਼ਨੀ ਡਿਊਟੀ 'ਤੇ, ਉਹਦੇ ਵਿੱਚ ਉਹਨੇ ਆਪਣਾ ਤਜਰਬਾ ਲਿਖਿਆ। ਕਹਿੰਦਾ ਦੁਨੀਆ ਦੇ ਪੈਗੰਬਰ ਆਏ ਤੇ ਚਲੇ ਗਏ, ਗੁਰੂ ਰਾਮਦਾਸ ਜੀ ਆਏ ਤੇ ਸ਼ਬਦ ਰੂਪ ਹੋ ਕੇ ਹਰਿਮੰਦਰ ਸਾਹਿਬ ਬਹਿ ਕੇ ਗਏ ਹੀ ਨਹੀਂ। ਗੁਰੂ ਨਾਨਕ ਜਗ ਤੇ ਆਏ ਤੇ ਗਏ ਹੀ ਨਹੀਂ, ਸ਼ਬਦ ਰੂਪ ਹੋ ਕੇ ਤੁਹਾਡੇ ਸਾਹਮਣੇ ਬਿਰਾਜਮਾਨ ਨੇ।
ਔਰ ਇੱਥੇ ਹੀ ਨਹੀਂ, ਦੇਸ਼ ਵਿਦੇਸ਼ ਸਭ ਜਗ੍ਹਾ ਚਲੇ ਗਏ ਨੇ। ਚੜਿਆ ਸੋਧਨ ਧਰਤ ਲੁਕਾਈ। ਕੇਵਲ ਆਪਣੀ ਆਯੂ 'ਚ ਨਹੀਂ, 10 ਸਰੂਪ ਧਾਰਨ ਕੀਤੇ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੁਣ ਸਾਰੀ ਦੁਨੀਆ ਨੂੰ ਤਾਰ ਰਹੇ ਨੇ। ਤਰੇਗਾ ਕੌਣ? ਪੜ੍ਹਨ ਵਾਲਾ, ਮੱਥਾ ਟੇਕਣ ਵਾਲਾ ਨਾ। ਅਸੀਂ ਸਿਰਫ ਪੜ੍ਹਨ ਤੇ ਮੱਥਾ ਟੇਕਣ ਤੱਕ ਜਾਂ ਸਮਝਣ ਤੱਕ ਸੀਮਿਤ ਰਹਿ ਗਏ। ਜੋ ਪੜ੍ਹਿਆ ਹੈ, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ, ਜੋ ਪੜ੍ਹਿਆ ਹੈ, ਜੋ ਗਾਇਆ ਹੈ, ਇਹਨੂੰ ਕਮਾਇਆ ਵੀ ਹੈ। ਮੈਂ ਕਿਤੇ ਗਿਆ ਸੀ, ਮੈਨੂੰ ਉਹਨਾਂ ਨੇ ਬਾਹਰਲੇ ਮੁਲਕ ਦੀ ਗੱਲ, ਇੰਗਲੈਂਡ ਦੀ, 2 ਸਾਲ ਦਾ ਉਹਨੇ ਮੈਨੂੰ ਵੀਜ਼ਾ ਲਵਾਇਆ ਗੁਰਦੁਆਰੇ ਵਾਸਤੇ। ਬੋਲੋ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਧਿਆਨ ਰੱਖੋ ਵਾਹਿਗੁਰੂ। ਇਹ ਜਿੰਨਾ ਗੱਜ ਕੇ ਆਖੋਗੇ ਉਹਨਾਂ ਤੁਹਾਡੀ ਕੌਮ ਦਾ ਭਲਾ ਹੋਏਗਾ। ਵਾਹਿਗੁਰੂ ਵਾਹਿਗੁਰੂ। ਇਹਨੂੰ ਤਰਲਾ ਕਰਿਆ ਕਰਵਾ ਕੇ ਇਹ ਕੌਮ ਦੀ ਬੌੜੀ ਕਰ। ਅਸੀਂ ਵਿਛੜ ਗਏ ਹਾਂ ਤੇ ਵਿਛੜ ਕੇ ਚੋਟਾਂ ਖਾ ਰਹੇ ਹਾਂ, ਦੁਖੀ ਹਾਂ। ਜੇ ਨਹੀਂ ਤੇ ਮੈਨੂੰ ਕੱਲਾ ਕੱਲਾ ਮੈਂ ਹਜ਼ਾਰਾਂ ਦੇ ਇਕੱਠ 'ਚ ਬੋਲ ਕੇ ਆਇਆ ਤੇ ਪੁੱਛਿਆ ਉਹਨਾਂ ਨੂੰ, ਸੁਖੀ ਹੋ ਗਏ ਹੋ? ਅੱਜ ਤੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਨਹੀਂ ਕਿਹਾ ਮੈਂ ਸੁਖੀ ਹੋ ਗਿਆ। ਆ ਪੰਕਤੀ ਮੈਂ ਪੜ੍ਹਾਉਣਾ ਹੋਣਾ, ਤੁਹਾਨੂੰ ਵੀ ਪੜ੍ਹਾ ਦੇਣਾ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ ਤਿੰਨ ਸਗਲੀ। ਤੁਸੀਂ ਵੀ ਬੋਲੋ, ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ ਚਿੰਤ ਮਿਟਾਈ। ਹੁਣ ਮੈਂ ਬੇਨਤੀ ਕਰਨਾ ਤੁਹਾਨੂੰ, ਚਿੰਤਾ ਮਿਟ ਗਈ ਹੈ? ਕੋਈ ਚਿੰਤਾ ਨਹੀਂ ਹੁਣ? ਬੋਲੋ, ਹੈਗੀਆਂ ਨੇ ਨਾ? ਨਹੀਂ ਮਿਠੀਆਂ ਨਾ? ਬਾਣੀ ਤਾਂ ਸੱਚ ਹੈ। ਬਾਣੀ ਸੱਚ ਹੈ ਤੇ ਤੁਹਾਡੀ ਤੇ ਮੇਰੀ ਚਿੰਤਾ ਮਿਟੀ ਕੋਈ ਨਹੀਂ। ਪੜ੍ਹ ਸੀ ਲਿਆ, ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਕਾਰਨ ਲੱਭੋ ਨਾ ਫਿਰ, ਵੀ ਚਿੰਤਾ ਮਿਟੀ ਕਿਉਂ ਨਹੀਂ? ਬਾਣੀ ਵੀ ਆਈ ਤੇ ਸਾਡੀ ਚਿੰਤਾ ਕਿਉਂ ਨਹੀਂ ਮਿਟੀ? ਲਓ ਦਾਸ ਨੂੰ ਜਿੰਨੀ ਕੁ ਸਮਝ ਹੈ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ, ਤੇ ਜਿਹੜਾ ਇਹ ਨੁਸਖਾ ਵਰਤ ਲਏਗਾ ਨਾ, ਉਹਦੀ ਚਿੰਤਾ ਵੀ ਮਿਟ ਜਾਏਗੀ। ਬਾਣੀ ਕਿੱਥੇ ਆਈ ਹੈ? ਬਾਣੀ ਕਿੱਥੇ ਲਿਖੀ ਹੈ ਜੀ? ਬੋਲੋ। ਨਹੀਂ, ਇੰਨਾ ਵੀ ਨਹੀਂ ਪਤਾ? ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਬਾਣੀ। ਤੇ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਉੱਠ ਕੇ ਤੁਹਾਡੇ ਜੀਵਨ ਵਿੱਚ ਆਈ ਹੈ, ਮੇਰੇ ਜੀਵਨ ਵਿੱਚ ਆਈ ਹੈ। ਤੇ ਜਦ ਮੇਰੇ ਜੀਵਨ ਵਿੱਚ ਬਾਣੀ ਕੋਈ ਨਹੀਂ, ਮੈਨੂੰ ਕੋਈ ਬੰਦਾ ਮਿਲਿਆ ਕਹਿੰਦਾ ਮੈਂ 5 ਸੁਖਮਨੀ ਸਾਹਿਬ ਕਰਦਾ। ਮੈਂ ਕਿਹਾ ਚਿਹਰੇ ਤੇ ਇੱਕ ਪੰਕਤੀ ਵੀ ਹੈ ਨਹੀਂ, ਚਿਹਰੇ ਤੇ ਇੱਕ ਪੰਕਤੀ ਵੀ ਹੈ ਨਹੀਂ। ਜਦ ਬਾਣੀ ਤੁਹਾਡੇ ਜੀਵਨ ਵਿੱਚ ਹੀ ਨਹੀਂ ਆਈ, ਤੁਹਾਡਾ ਜੀਵਨ ਹੀ ਬਾਣੀ ਵਾਲਾ ਨਹੀਂ ਹੈ, ਮੇਰਾ ਜੀਵਨ ਹੀ ਬਾਣੀ ਵਾਲਾ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਭਾਵ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਈਏ। ਉਹ ਕਿੱਥੇ? ਦੇਖੋ ਠੰਡ, ਕਿੰਨੀ ਠੰਡ ਆ। ਉਹ ਵੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ, ਤੇ ਉੱਥੋਂ ਨੰਗੇ ਪੈਰੀਂ ਤੇ ਮੀਂਹ ਪੈਂਦਾ ਤੇ ਉਹ ਤੁਰੇ ਨੇ ਤੇ ਉਹਨਾਂ ਨੂੰ ਨਹੀਂ ਕੋਈ ਠੰਡ ਲੱਗਦੀ। ਸਾਨੂੰ ਇੱਥੇ ਗੁਰਦੁਆਰੇ ਆਉਣ ਲੱਗਿਆ ਜੁੱਤੀਆਂ ਜਰਾਬਾਂ ਪਾ ਕੇ ਅਸੀਂ ਆਉਂਦੇ ਹਾਂ, ਇੰਨੀ ਠੰਡ ਸਾਨੂੰ ਲੱਗਦੀ। ਇੰਨਾ ਵੀ ਨਹੀਂ ਸਾਨੂੰ ਸਮਝ ਵੀ ਇੱਥੇ ਆ ਰਿਹਾ ਕਿਤੇ ਮਰ ਚੱਲੇ ਹੋ, ਇੱਥੇ ਮਰ ਚੱਲੇ ਆਪਾਂ। ਪਿਆਰ, ਪਿਆਰ ਨਹੀਂ ਹੈ ਨਾ। ਜਿਸ ਪਿਆਰੇ ਸੋਂ ਪੜ੍ਹਦੇ ਸੀ, ਮੈਂ ਸੋਚਦਾ ਸੀ ਯਾਰ ਕਦੋਂ ਹੋਏਗਾ, ਲੱਗਾ ਹੀ ਨਹੀਂ। ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੁਖ ਕਾਹੇ ਕੁਮਾਰੇ। ਇਹਦਾ ਮਤਲਬ ਕੀ ਹੈ? ਉਹਨੂੰ ਮਿਲਿਆ ਸੀ ਨਾ ਤੇ ਉਹਨੇ ਮੂੰਹ ਪਰਾਂ ਨੂੰ ਮਾੜਾ ਜਿਹਾ ਕਰ ਲਿਆ। ਇਹ ਉਹਦੀ ਗੱਲ ਆ। ਮਾੜੀ ਜਿਹੀ ਕਰਵਟ ਉਹਨੇ ਮਾਰੀ ਤੇ ਉਹਦੀ ਜਾਨ ਨਿਕਲ ਗਈ। ਉਹਨੇ ਤਰਲਾ ਕੀਤਾ, ਹਾਏ ਕਰਵਟ ਭਲਾ ਆਰੇ ਨਾਲ ਚੀਰ ਦੇ, ਨਾ ਕਰਵਟ ਤੇਰੀ ਇਹ ਪਾਸਾ ਨਾ ਵੱਟ, ਆਰੇ ਨਾਲ ਚੀਰ ਦੇ। ਲਾਗ ਗਲੇ ਸੁਣ ਬੇਨਤੀ ਮੇਰੀ। ਵਾਹਿਗੁਰੂ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਨਹੀਂ ਚਿੱਤ ਕਰਦਾ ਨਾ ਵਾਹਿਗੁਰੂ ਕਹਿਣ ਨੂੰ, ਜੇ ਚਿੱਤ ਨਹੀਂ ਕਰਦਾ ਨਾ ਤੇ ਸਮਝ ਲੈਣਾ ਬਿਮਾਰ ਆ। ਬੜੀ ਸਿੰਪਲ ਜੀ ਗੱਲ ਦੱਸਣ ਲੱਗਾ। ਸਰੀਰ ਬਿਮਾਰ ਹੈ, ਭੋਜਨ ਨਹੀਂ ਕਰਦਾ। ਸਰੀਰ ਬਿਮਾਰ ਹੈ, ਭੋਜਨ ਨਹੀਂ ਕਰਦਾ। ਬੁਖਾਰ ਚੜਿਆ ਹੋਵੇ, ਕੋਈ ਤੁਹਾਨੂੰ ਜਿੰਨਾ ਮਰਜ਼ੀ ਵਧੀਆ ਭੋਜਨ ਦੇਵੇ, ਤੁਸੀਂ ਨਹੀਂ ਖਾ ਸਕਦੇ। ਮਨ ਬਿਮਾਰ ਹੈ, ਭਜਨ ਨਹੀਂ ਕਰਦਾ।
ਸਰੀਰ ਦੇ ਬਿਮਾਰ ਘੱਟ ਨੇ, ਮਨ ਦੇ ਬਿਮਾਰਾਂ ਨਾਲ ਸੰਸਾਰ ਭਰਿਆ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਭਜਨ ਨਹੀਂ ਕਰਦਾ, ਵਾਹਿਗੁਰੂ ਨਹੀਂ ਬੋਲਦਾ। ਬੋਲੋ ਵਾਹਿਗੁਰੂ। ਇਹੀ ਅੰਮ੍ਰਿਤ ਸੀ। ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ ਨਾ, ਤੇ ਗੁਰੂ ਨਾਨਕ ਸਾਹਿਬ ਮਿਲੇ ਨੇ ਸੱਜਣ ਨੂੰ, ਠੱਗੀਆਂ ਮਾਰਦਾ ਸੀ, ਧਰਮਸ਼ਾਲਾ ਬਣਾਈ ਸੀ, ਮਸਜਿਦ ਬਣਾਈ ਸੀ, ਚਰਚ ਬਣਾਈ ਸੀ। ਜਿਹੜਾ ਆਉਂਦਾ ਸੀ ਉਹਨੂੰ ਲੁੱਟ ਲੈਂਦਾ ਸੀ, ਮਾਰ ਕੇ ਖੂਹ 'ਚ ਸੁੱਟ ਦਿੰਦਾ ਸੀ। ਤੇ ਨਾਂ ਰਖਾਇਆ ਸੀ ਸੱਜਣ। ਨਾਂ ਕੀ ਰਖਾਇਆ ਸੀ? ਇਹ ਸਾਖੀ ਮੈਂ ਪੜ੍ਹਦਾ ਸੀ। ਬੋਲੋ ਵਾਹਿਗੁਰੂ। ਭਾਈ ਵੀਰ ਸਿੰਘ ਦੀ ਲਿਖੀ ਮੈਂ ਉਹਨਾਂ ਦੀ ਕਿਤਾਬ ਵਿੱਚ ਇਹ ਸਾਖੀ ਪੜ੍ਹਦਾ ਸੀ। ਗੁਰੂ ਨਾਨਕ ਸਾਹਿਬ ਮਿਲੇ ਤੇ ਉਹਨੂੰ ਪੁੱਛਦੇ ਨੇ, ਤੇਰਾ ਨਾਂ ਕੀ ਹੈ? ਤੇਰਾ ਨਾਂ ਕੀ ਹੈ? ਉਹ ਕਹਿੰਦਾ ਸੱਜਣ। ਤੇ ਮਹਾਰਾਜ ਪਤਾ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ, ਨਾ ਸੱਜਣ ਰਖਾਇਆ ਇਹ ਤੇ ਕੰਮ ਵੀ ਸੱਜਣਾ ਵਾਲੇ ਕਰਨਾ। ਇਹ ਸੱਜਣਤਾ ਹੀ ਥੋੜੀ ਹੈ ਵੀ ਕਿਸੇ ਨੂੰ ਕੋਲ ਬੁਲਾ ਕੇ ਉਹਦਾ ਸਮਾਨ ਲੁੱਟ ਲਓ ਤੇ ਉਹਨੂੰ ਮਾਰ ਕੇ ਖੂਹ ਸੁੱਟ ਦਿਓ। ਸੱਜਣਾ ਇਹ ਸੱਜਣਤਾ ਹੀ ਹੈ। ਇੱਕ ਤੀਰ ਛੱਡਿਆ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਇਹ ਤੀਰ ਚਲਾਇਆ। ਸੱਜਣ ਤੇ ਉਹ ਹੁੰਦੇ ਨੇ ਜਿੱਥੇ ਲੇਖਾ ਹੋਵੇ ਆ ਚਾਕੂ ਕੇ ਤੇਰੇ ਨਾਲ ਖੜੇ ਹੋਣ। ਆ ਸੱਜਣਤਾ ਹੀ ਥੋੜੀ ਏ। ਜੇ ਨਾ ਸੱਜਣ ਰਖਾਇਆ ਏ ਤੇ ਕੰਮ ਵੀ ਸੱਜਣਾ ਵਾਲੇ ਕਰ। ਤੇ ਜਦੋਂ ਮੈਂ ਇਹ ਸਾਖੀ ਪੜ੍ਹੀ ਤੇ ਮੈਨੂੰ ਖਿਆਲ ਆਇਆ, ਚੇਤਾ ਆਇਆ। ਕੋਈ ਮੈਨੂੰ ਪੁੱਛੇ ਤੂੰ ਕੌਣ ਆ, ਤੇ ਮੈਂ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕੀ ਕਹਿੰਦਾ? ਮੈਂ ਗੁਰੂ ਨਾਨਕ ਦਾ। ਤੇ ਜੇ ਗੁਰੂ ਨਾਨਕ ਮੈਨੂੰ ਪੁੱਛਣ ਤੂੰ ਕੌਣ ਹੈ ਤੇ ਮੈਂ ਕਹਾਂ ਮੈਂ ਤੇਰਾ ਸਿੱਖ ਹਾਂ, ਤੇ ਉਹ ਫਿਰ ਮੈਨੂੰ ਕਹੇਗਾ ਨਾ, ਜੇ ਸਿੱਖ ਹੈ ਤੇ ਕੰਮ ਵੀ ਸਿੱਖਾਂ ਵਾਲੇ ਕਰਨਾ। ਕਹੇਗਾ ਨਾ? ਹਾਂਜੀ, ਫਿਰ ਕੰਮ ਵੀ ਸਿੱਖਾਂ ਵਾਲੇ ਕਰੋ ਨਾ। ਜੇ ਨਾਮ ਸਿੱਖ ਰਖਾਇਆ ਏ ਤੇ ਸਿੱਖ ਦਾ ਕੰਮ ਕੀ ਹੈ? ਪਹਿਲਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਇਹ ਪਹਿਲਾ ਕੰਮ ਹੈ ਉਹਦਾ। ਜਿਹੜਾ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਉਹ ਭਲ ਕੇ ਉੱਠ ਪੈਂਦਾ। ਭਲ ਕੇ ਭਾਵ 12 ਵਜੇ ਰਾਤ ਤੋਂ ਬਾਅਦ ਜਦੋਂ ਮਰਜ਼ੀ ਉੱਠ ਪਏ, 2 3 4 ਵਜੇ ਤੱਕ ਤਾਂ ਉੱਠ ਹੀ ਪਏ। 12 ਵਜੇ ਉੱਠ ਪਏ ਤੇ ਭਲਾ। ਫਿਰ ਜਿੰਨਾ ਲੇਟ ਉੱਠੇਗਾ ਲੇਟ ਹੀ ਆ। ਤੇ 3 4 ਵਜੇ ਤੱਕ ਉੱਠ ਪਏ ਤੇ ਜੇ 12 ਵਜੇ ਉੱਠ ਕੇ ਪੜ੍ਹਦਾ ਹੋਵੇ ਅੰਮ੍ਰਿਤ ਵੇਲਾ ਸੱਚ ਨਾਮ। ਹੁਣ ਤੇ ਮੱਝਾਂ ਵੀ ਉੱਠ ਪਈਆਂ ਨੇ, ਹੁਣ ਕਿਹੜਾ ਅੰਮ੍ਰਿਤ ਵੇਲਾ? ਸਾਡੀ ਜ਼ਿੰਦਗੀ ਵਿੱਚੋਂ ਅੰਮ੍ਰਿਤ ਵੇਲਾ ਵੀ ਨਿਕਲ ਗਿਆ ਹੈ। ਵਾਹਿਗੁਰੂ। ਮੈਂ ਪੜ੍ਹਦਾ ਸੀ ਕਿਸੇ ਦੇ ਬੋਲ। ਬੋਲੋ ਵਾਹਿਗੁਰੂ। ਕਹਿੰਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਪੈਂਦੇ ਨੇ ਨਾ, ਜਿਹੜੇ ਅੰਮ੍ਰਿਤ ਵੇਲੇ ਉੱਠ ਪੈਂਦੇ ਨੇ ਤੇ ਉਹਦੇ ਦਰ ਦੇ ਭਿਖਾਰੀ ਬਣ ਜਾਂਦੇ ਨੇ ਤੇ ਤਰਲਾ ਕਰਦੇ ਨੇ, ਜਪਦੇ ਨੇ ਗੁਰੂ 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 ਗੁਰੂ, ਆਵਾਜ਼ਾਂ ਮਾਰਦੇ ਨੇ ਉਹਨੂੰ। ਉਹ ਸਾਰਾ ਦਿਨ ਸ਼ਹਿਨਸ਼ਾਹਾਂ ਵਾਂਗ ਜੀਂਦੇ ਨੇ। ਧਿਆਨ ਨਾਲ ਸੁਣ ਲਿਓ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਦਰ ਦੇ ਭਿਖਾਰੀ ਬਣ ਜਾਂਦੇ ਨੇ ਤੇ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਨਹੀਂ ਬੋਲਣਾ? ਸ਼ਰਮ ਆਉਂਦੀ? ਉਹ ਕੂਕਾਂ ਪਾਣੀਆਂ ਨੇ, ਕੈਸੋ ਕੈਸੋ ਕੂਕਿਆ ਨਾ ਸੋਏ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਜਦੋਂ ਕੂਕੋਗੇ ਤੇ ਸੁਣ ਹੀ ਲਏਗਾ। ਬਣੋ ਨਾ ਇਹਦੇ ਦਰ ਤੇ। ਕੀ ਬਣੋ? ਅਜੇ ਤਾਂ ਸਰਦਾਰ ਫਲਾਣਾ ਸਿੰਘ ਜੀ ਹੈ ਨਾ,
ये हो ना, कदे कुकर बन के आए हो ना, भिखक बन के आए हो ना। हम कुकर तेरे दरबार ते की करदा मैं, भौंकै आगे बदन पसार। वागरू 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 वागरू। शहनशाह बन जाओगे, सारी कौम शहनशाह बन जाएगी। घट तो घट जिसनों बख्शे सिर्फ सलाह, नानक पातशाही लिखे हुए बोल ने गुरु नानक साहब दे। ਜਿਹੜੇ ਅੰਮ੍ਰਿਤ ਵੇਲੇ ਉੱਠ ਪੈਂਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਦਰ ਦੇ ਭਿਖਾਰੀ ਬਣ ਜਾਂਦੇ ਨੇ ਤੇ ਭਿਖਾਰੀ ਬਣ ਕੇ ਕੂਕਾਂ ਪਾਉਂਦੇ ਨੇ, ਉਹ ਸਾਰਾ ਦਿਨ 24 ਘੰਟੇ ਸ਼ਹਿਨਸ਼ਾਹਾਂ ਵਾਂਗ ਜੀਂਦੇ ਨੇ। ਤੇ ਜਿਹੜੇ ਅੰਮ੍ਰਿਤ ਵੇਲੇ ਸੁੱਤੇ ਰਹਿੰਦੇ ਨੇ ਉਹ ਸਾਰਾ ਦਿਨ ਭਿਖਾਰੀਆਂ ਵਾਂਗ ਜੀਂਦੇ ਨੇ। ਬੋਲੋ ਵਾਹਿਗੁਰੂ। ਜੇ ਸਿੱਖ ਦੀ ਜ਼ਿੰਦਗੀ ਵਿੱਚੋਂ ਅੰਮ੍ਰਿਤ ਵੇਲਾ ਕੱਢ ਦਈਏ, ਸਿੱਖ ਦੀ ਜ਼ਿੰਦਗੀ ਵਿੱਚੋਂ ਅੰਮ੍ਰਿਤ ਵੇਲਾ ਕੱਢ ਦਈਏ, ਮਾਈਨਸ ਕਰ ਦਈਏ, ਮਨਫੀ ਕਰ ਦਈਏ, ਤਾਂ ਬਾਕੀ ਕੁਝ ਬਚਦਾ ਹੀ ਨਹੀਂ, ਲਾਸ਼ ਹੀ ਬਚਦੀ ਹੈ। ਮੈਂ ਨਹੀਂ ਕਹਿੰਦਾ, ਇਹ ਕਹਿੰਦੇ ਪਏ ਜਿਹਨੂੰ ਮੱਥਾ ਟੇਕਦੇ ਹੋ, ਪਿਛਲ ਰਾਤ ਨਾ ਜਾਗਿਓ। ਬੋਲੋ ਜੀਵੰਦੜੋ ਮੋਇਓ। ਕੀ ਕਿਹਾ ਭਲਾ? ਜਿਹੜੇ ਪਿਛਲੀ ਰਾਤ ਨੂੰ ਸੁੱਤੇ ਰਹਿੰਦੇ ਨੇ ਉਹ ਜਿਉਂਦੇ ਹੀ ਮਰੇ ਹੋਏ ਨੇ। ਤੇ ਹੁਣ ਮੁਰਦਿਆਂ ਦੀ ਕੌਮ ਕਿਹਨੇ ਬਣਾਤਾ ਇਹਨੂੰ? ਇਹ ਤੇ ਫਕੀਰਾਂ ਦੀ ਕੌਮ ਹੈ, ਅਮੀਰਾਂ ਦੀ ਕੌਮ ਹੈ, ਨਾਮ ਰਸੀਆਂ ਦੀ ਕੌਮ ਹੈ, ਵੀਰ ਰਸੀਆਂ ਦੀ ਕੌਮ ਹੈ, ਯੋਧਿਆਂ ਦੀ ਕੌਮ ਹੈ। ਕਿਹੜੇ ਕਿਹੜੇ ਨਾਂ ਲਵਾਂ? ਇਹ ਤੇ ਉਹ 5, 7 ਤੇ 9 ਸਾਲ ਦੇ ਨੀਹਾਂ ਵਿੱਚ ਖੜੇ ਹੋ ਗਏ ਤੇ ਡਰੇ ਹੀ ਨਹੀਂ। ਕਿਉਂ ਭਲਾ? ਮਨ ਰਤਾ ਗੋਵਿੰਦ ਸੰਗ सच भोजन जोड़े, मन रता गोविंद संग सच भोजन जोड़े। प्रीत लगी हर नाम स्यों ए हस्ती कोड़े, प्रीत लगी हर नाम स्यों ए हस्ती कोड़े। राज मिलख खुशियां कणी। भाई साहब जी मेरे हाल ध्यान दो, इधर इधर उधर कुछ नहीं है, इधर है सारा कुछ। लाइतार निहाले अबल तो अखां दा इत्थे काम कोई नहीं, कन्नां दा ते जीभ दा काम आ, अखां दा ते इत्थे काम ही कोई नहीं। अखां ते बंद रहन, पर बंद रहन दी आदत ही नहीं है। सुनना तो कन्ना ने है ना, बोलना जीभ ने है ना। जीभ ने बोलना वाहिगुरू, कन्ना ने सुनना वाहिगुरू। ये भोजन जीभ नाल तैयार होंदा है, कन्ना नाल खाधा जांदा है, ते जदों खाधा जांदा ते जो पच जावे ते फिर उधार हो जांदा। ये जीभ नाल ही भोजन तैयार होंदा है वाहिगुरू, ते कन्ना राही खाधा जांदा, अपने ही कन्ना राही। आपे ही बोलना, आपे ही खाना है। धुन में ध्यान, ध्यान में जानिया, गुरमुख अकथ कहानी। यही बोलना है वाहिगुरू, ते आप ही सुनना है उन्होंने। बस उल्टी गंगा जमन मलावो, बिंदल संगम मन में नहावो, नानक गुरमुख सहज समावो। फिर सहज समाजो, गुरु वाहिगुरू वाहिगुरू जपदे समाजो। राज मिलख खुशियां कणी, त्याए मुख न मोड़े, त्याए मुख न मोड़े। ढाडी दर प्रभ मंगना। बोलो ढाडी दर प्रभ दर कदे न छोड़े, दर कदे न। बस आ कर लिया ना उतनिया 3-4 पंक्तियां जिहड़े बोलियां ने। मन रता जे रंगिया गया गोविंद संग सच भोजन, इहो ही भोजन है। जोड़े इहो ही वस्त्र ने मेरे लिए सोने, इहो ही मेरे लिए भोजन है ते इहो ही मेरे लिए वस्त्र ने। मन रंगना ਉਹਦੇ ਨਾਲ। प्रीत लगी हर नाम स्यों। प्रेम पै गया, प्रीत साची प्रीत हम तुम स्यों जोरी। प्रीत लगी
फिर जदों लगी हुई ना, फिर करवट देगा तो फिर जान निकलेगी, फिर कहेगा हाय। प्रीत लगी, अजे लगी नहीं ना। हर नाम स्यों ए हस्ती घोड़े, ए मेरे वास्ते सुंदर कारां ने, ए मेरे वास्ते हाथी ने, ए मेरे वास्ते सुंदर घोड़े ने। मेरी प्रेम मेरी प्रीत वाहिगुरु नाम नाल पै गई है। वाहिगुरु वाहिगुरु आई है ना, वाहिगुरु नाम, वाहिगुरु नाम चढ़े, जड़ा चढ़ेगा वही पार उतरेगा ना। चढ़ गए हो जहाज ते, और जहाज ते चढ़ने की टिकट भी लैनी पैनी है। तो टिकट 5 प्यारिਆਂ को मिलती है, तो इत्थे तो बहुते निरगुरे बैठे ने। आ पिछे साडा एक रिश्तेदार चढ़ाई कर गया, थानू सच्ची गल सुनावा, एवें बाहर अंदर दियां की करनियां। बोलो वाहिगुरु। नौजवान ही सीगा। वाहिगुरु कहते जी इनू अपने चरणों च निवास बख्शो। यो ही कहते हो ना खंड पाठ करा के, हाँ जी कहते हो ना। तो हुण कित्थे बैठे हो? मरण तो बाद जिउंदे नहीं। बोलो वाहिगुरु। तो मैनू कहते तुसीं भी 10 मिनट इनू श्रद्धांजलि दो। मैं कहा रहन दो, सच तुहानू चंगा नहीं लगना, इत्थे भी कईयां नू नहीं चंगा लगना। सच इलाज है। गुरु नानक दा धर्म सच दा धर्म है। मैं बद्धी सच धर्मसाल है, गुरसिखां लैंदा भाल के। पैर धोवां पक्खा फेरदा, तिस निव निव लगा पाए जियो। तो गुरु अर्जन देव जी कहते मैं निर्गुण दिचे थां संत धर्मसालीए, मैनू ये संतां दी धर्मसाल विच मैनू भी थोड़ी जिन्नी जगह दे दिओ। वाहिगुरु इनू चरना च निवास बख्शो। मैं पूछा, मैनू टाइम दिता तो मैं पूछा, पता मैनू सारा ही सी, रिश्तेदार सी, शराब पी लेंदा। कहते जी पी लेंदा सी, सिर नहाउण माड़ा जा। मैं क्या फिर इनू चरना च निवास बख्शीए तो फिर उत्थे एक ठेका भी खोलना पेगा ना। नहीं समझ लगी? गलत कह रहा मैं? फिर कुक्कड़ खांदा सी, मुर्गी खाना भी खोलना पेगा। सिर मुलंदा सी, नाई दी दुकान भी चाहिए है। फिर केस काले करदा सी, फिर उत्थे सचखंड चो डब्बियां कालियां डब्बियां वेचण वाले, रंग वेचण वाले भी चाहिए ने, चाहिए ने। ओए आई सचखंड है, साध संगत सचखंड विच सतगुर पुरख वसे निरंकारा। पेजड़े सो सेव तू सौरड़े सुख वस, गुर मिल चाज चार सिख तुद कदे ना लगे दुख। आ पिका घर है, इथों तैयारी कर सचखंड दी, एवें ही मिल जाएगा। पहला ज्ञान खंड है, धर्म खंड है, कर्म खंड है, सर्म खंड है, फिर जाके सचखंड है। ज्ञान होया नहीं कोई, गुरु कोल गया नहीं। वो मैं क्या भरावो गल ये आ, तुसी भी सुन लो, गल ये आ मरण का कोई अफसोस नहीं कौन केड़ी उम्र विच मर गया। इस गल का कोई अफसोस नहीं कौन केड़ी गल केड़ी उम्र च मर गया। ये भी दसदा वां क्योंकि गुरमत विच मौत है ही नहीं। बोलो वाहिगुरु वाहिगुरु। तो जिहड़ी चीज़ है ही नहीं वो बारे मैं दसा कि तुसीं कहोगे लिखिया सबना मरना आया। मैं गुरमत की गल करदा। बोलो वाहिगुरु। इत्थे इत्थे तैयारी कर, इत्थे गुरु नूं मिल, गुर मिल। की लिखिया? गुर मिल। 5 प्यारिਆਂ नूं मिल गुरु ग्रंथ साहब की जूरी विच, उन्हां नूं अपना सीस भेटा दे। उत्थे भी कई मनोमनी दिंदे ना असीं, वो कहंदे सिर दे दोगे, सानू पता इन्हां किहड़ा वड्ढ लैणा। असीं कहने हाँ जी। बोलो वाहिगुरु। ये तो खेड बड़ी निराली आ, बड़ी निराली खेड आ। बोलो वाहिगुरु वाहिगुरु। जे सानू पता होवे ना इन्हां ने सिर वड्ढ लैणा तो पता नहीं मुड़ के जुड़ना कि नहीं जुड़ना, तो जिन्नियां कि ने अमृत छकिया इन्हां च भी 90% ने भज जाना। उन्हें शर्त ही लाई है, पहला मरण कबूल।
ਆ ਜਿਹੜੀ ਚੀਜ਼ ਤੋਂ ਤੂੰ ਡਰਦਾ ਪਿਆ ਨਾ ਮੌਤ ਤੋਂ, ਆ ਪਹਿਲਾਂ ਤੇਰੀ ਮੈਂ ਮੌਤ ਦਾ ਹੀ ਭੈ ਚੱਕਾਂ। ਤੇ ਸੱਚ ਜਾਣਿਆ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੋਲ ਰਿਹਾ, ਜਿਹਨੂੰ ਅਜੇ ਮਰਨ ਤੋਂ ਡਰ ਲੱਗਦਾ ਜੇ, ਉਹ ਸਿੱਖੀ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਜੇ। ਇੱਥੇ ਤਾਂ ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਹੈਗਾ ਚਾਓ, ਤੇ ਫਿਰ ਅੰਮ੍ਰਿਤ ਕਿਉਂ ਨਹੀਂ ਛਕਦੇ? मारो तो हर का द्वार, मत हर पूछे कौन है परा हमारे बार। बोलो वाहिगुरु। इस गल का कोई अफसोस नहीं कौन किस उम्र चला गया, मर गया, चला गया। अफसोस इस गल का है गुरु दे हुंदियां नगुरे जा रहे ने, गुरु है तो नगुरे मरे जा रहे ने। लिखा ना, सतगुर बाजों गुर नहीं कोई, बोलो नगुरे का है नाव बुरा, तो जिहदा नाव ही बुरा है उन्होंने सचखंड लै जाएगा? बोलो ना। तुसीं कहंदे होणे इन्हें तो कुट खानी, असीं क्यों खाईए? ये सच आ, जिहदा ना ही बुरा है ਉਹਨੂੰ ਕਿਹੜਾ ਸੱਚਖੰਡ ਮਿਲ ਜਾਏਗਾ? ਬੋਲੋ ਵਾਹਿਗੁਰੂ ਵਾਹਿਗੁਰੂ। ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਘੋੜੇ ਇਹ ਹਾਥੀ ਘੋੜੇ ਨੇ। ਵਾਹਿਗੁਰੂ 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 ਵਾਹਿਗੁਰੂ। ਆ ਸੁਰਤ ਦੇ ਜਹਾਜ਼ ਤੇ ਚੜ੍ਹ ਕੇ ਮੈਂ ਉਹ ਮਾਲਕ ਦੇ ਦੇਸ਼ ਵਿੱਚ ਚਲੇ ਜਾਣਾ। गुरु 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 गुरु। मेरे हृदय सदबद विसर गई, मन आशा चिंत विसारिया। मैं अंतर्वेदन प्रेम की, गुर देखत मन साधारिया। वड पागी प्रभ आए मिल, जन नानक खिन खिन वारिया। मैं अंतर वेदन प्रेम की, गुर देखत मन साधारिया। जिन्ने चिर गुरु नूं देखिया ही नहीं, दीदार ही नहीं कीते, उम्र लंघी शब्द गुरु है सुरत सिखिया। सुरत ने शब्द गुरु दे दर्शन ही नहीं कीते, मिलाप ही नहीं होया, तो मुक्त कित्थों मिलेगी? तो उदा मुक्ति चाहिए भी नहीं। राज न चाहूं मुक्त न चाहूं, राज न चाहूं मुक्त न। मन प्रीत चरण कमलारे, मन प्रीत चरण कमलारे, मन प्रीत चरण कमलारे, मन प्रीत चरण कमलारे। सजना ना सज्जन रखाया ही, ते काम भी सज्जना वाले कर। कोठे मंडप माड़ियां विचों सखड़ियां, बाहरों चितवियां। कोठे मंडप माड़ियां बाहरों चितवियां, टठियां काम ना आउणी विचों सखड़ियां। सजना बाहरों जिन्ना मर्जी धार्मिक पहरावा पहन लै, अंदरों तो खाली है ना, अंदर तो प्रेम कोई ना। सिमल रुख शरीर में व्याजन देख पुलन, से फल कम ना आवनी ते गुण मैं तनहन। अंदले भार उठाया डूंगर वाट बहुत, अखी लोड़ा नाल हाँ मैं चढ़ लंघा कित। सजना चाकरियां चंगियाइयां अवर सियाणप कित। किसे काम नहीं आनी सियाणप। नानक नाम संभाल तू, बद्दा छुटैं जित। समझ लगी जी? नानक नाम संभाल तू। सजना नाम जप,
ਜਿਹਦੇ ਜਪਣ ਕਰਕੇ ਬੱਧਾ ਹੋਇਆ ਛੁੱਟ ਜਾਏਗਾ। ਸੰਗਲਾਂ 'ਚ ਬੱਧੇ ਹੋਇਆ ਸੀ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿਨੇ ਔਗਣ ਕੀਤੇ ਨੇ ਤਿੰਨੇ ਹੀ ਆਪਣੇ ਅੰਦਰ ਆਪਣੇ ਨੂੰ ਸੰਗਲ ਮਾਰੇ ਨੇ, ਬੰਧਨਾਂ 'ਚ ਬੰਧਿਆ ਹੋਇਆ ਹੈ। ਸੱਜਣ ਨੂੰ ਚੋਟ ਲੱਗੀ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇ ਜੇ ਸ਼ੇਕ। ਬਾਣੀ ਤੁਸੀਂ ਵੀ ਸੁਣੀ ਹੈ। ਇਹ ਹੀ ਸ਼ਬਦ ਸੁਣਾਇਆ ਸੀ ਸੱਜਣ ਨੂੰ। ਸੱਜਣ ਘਰ ਜਾ ਕੇ ਸਾਰਾ ਪੜ੍ਹ ਲਿਓ ਆਪ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲ। ਇੱਕੋ ਹੀ ਸ਼ਬਦ ਸੁਣਾਇਆ ਤੇ ਸੱਜਣ ਠੱਗ ਤੂੰ ਸੰਤ ਸੱਜਣ ਬਣ ਗਿਆ। ਤੇ ਜਰਾ ਧਿਆਨ ਮਾਰੋ ਆਪਣੇ ਅੰਦਰ ਸਾਰੇ ਜਣੇ ਜਿੰਨੇ ਬੈਠੇ ਹੋ। ਕਿੰਨੇ ਕੀਰਤਨ ਦਰਬਾਰ ਸੁਣੇ ਨੇ, ਕਿੰਨੇ ਅਖੰਡ ਪਾਠ ਰਖਾਏ ਨੇ, ਕਿੰਨੇ ਸੁਖਣੀ ਸਾਹਿਬ ਕੀਤੇ ਨੇ। ਉਹਨੇ ਤੇ ਇੱਕੋ ਹੀ ਸ਼ਬਦ ਸੁਣਿਆ ਤੇ ਸੰਤ ਸੱਜਣ ਬਣ ਗਿਆ। ਤੇ ਆਪਾਂ ਤੇ ਇੰਨੇ ਕੀਰਤਨ ਦਰਬਾਰ, ਇੰਨੇ ਸੁਖਣੀ ਸਾਹਿਬ, ਇੰਨੇ ਅਖੰਡ ਪਾਠ ਸਾਹਿਬ, ਤੇ ਆਪਾਂ ਸੰਤ ਬਣ ਗਏ। ਬੋਲੋ ਬਣ ਗਏ ਹੋ ਤਾਂ ਕਹੋ ਬਣ ਗਏ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਜੇ ਨਹੀਂ ਬਣੇ ਤਾਂ ਸੁਣ ਲਓ, ਗੁਰੂ ਦੇ ਸ਼ਬਦ ਨੇ, ਜਿਹੜਾ ਗੁਰੂ ਨੇ ਬਾਣ ਮਾਰਿਆ ਸੀ, ਉਹਨੇ ਕਲੇਜੇ 'ਚ ਛੇਕ ਨਹੀਂ ਕੀਤਾ। ਇਹ ਨਿਸ਼ਾਨੀ ਹੈ ਗੁਰੂ ਨਾਨਕ ਨੂੰ ਮਿਲਣ ਦੀ। ਜਿਹੜਾ ਗੁਰੂ ਨਾਨਕ ਨੂੰ ਮਿਲਿਆ, ਜਦੋਂ ਮਿਲਿਆ ਉਸੇ ਵੇਲੇ ਹੀ ਬਦਲ ਗਿਆ। 100 ਸਾਲ ਨਹੀਂ ਲੱਗਿਆ, ਸਿਰਫ ਕੁਝ ਸਕਿੰਟ ਲੱਗੇ। ਜਿਉਂ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਜਿਉਂ ਹੀ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ, ਉਸੇ ਵੇਲੇ ਹੀ ਬਦਲ ਗਿਆ। ਬੋਲੋ ਵਾਹਿਗੁਰੂ। ਸਿੱਖੀ ਨਾਮ ਹੈ ਬਦਲਾਵ ਦਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਇੱਥੋਂ ਬਾਹਰ ਜਾਣਾ ਹੈ ਨਾ, ਕੀਰਤਨ ਸੁਣ ਕੇ, ਕਥਾ ਸੁਣ ਕੇ, ਤੇ ਬਦਲਾਵ ਆਉਣਾ ਚਾਹੀਦਾ ਨਾ ਜ਼ਿੰਦਗੀ 'ਚ। ਜੀਵਨ 'ਚ ਬਦਲਾਵ ਆਉਣਾ ਚਾਹੀਦਾ ਸੀ ਨਾ। ਪਿਛਲੇ ਸਾਲ ਵੀ ਕੀਰਤਨ ਦਰਬਾਰ ਹੋਇਆ ਸੀ, ਇਸ ਸਾਲ ਵੀ ਹੋਇਆ, ਅਗਲੇ ਸਾਲ ਵੀ ਹੋਣਾ। ਤੇ ਜੇ ਉੱਦਾਂ ਦਾ ਉੱਦਾਂ ਹੀ ਹੈ ਤਾਂ ਫਿਰ ਕੀਰਤਨ ਕਿੱਥੇ ਸੁਣਿਆ ਜੀ। ਸੱਜਣ ਦੀ ਜਿਹੜੀ ਉਹ ਸਰਾਂ ਸੀ ਨਾ, ਉਹਦੇ ਕੋਲੋਂ 2 ਬੰਦੇ ਲੰਘਦੇ ਜਾਂਦੇ ਨੇ। ਹੁਣ ਉਹ ਸੰਤ ਬਣ ਗਿਆ। 2 ਬੰਦੇ ਲੰਘਦੇ ਜਾਂਦੇ ਨੇ ਤੇ ਕਹਿੰਦਾ ਆ ਯਾਰ ਰਾਤ ਇੱਥੇ ਰਹਿ ਸਕਦੇ ਹਾਂ, ਆ ਸਰਾਂ ਦਿਸਦੀ ਏ। ਤੇ ਦੂਜਾ ਪਤਾ ਕੀ ਕਹਿੰਦਾ, ਉਹ ਨਾ ਇਹ ਸੱਜਣ ਦੀ ਆ, ਇਹ ਇੱਥੇ ਅੰਦਰ ਨਾ ਵਾੜ ਕੇ ਲੋਕਾਂ ਨੂੰ ਤੇ ਉਹਨਾਂ ਦਾ ਸਮਾਨ ਲੁੱਟ ਕੇ ਉਹਨਾਂ ਨੂੰ ਮਾਰ ਦਿੰਦਾ। ਤੇ ਸੱਜਣ ਸੁਣਦਾ ਪਿਆ। ਉਹ ਥੋੜਾ ਕੁ ਅੱਗੇ ਜਾਂਦੇ ਨੇ ਤੇ ਸੱਜਣ ਉਹਨਾਂ ਨੂੰ ਮਗਰੋਂ ਆਵਾਜ਼ਾਂ ਮਾਰਦਾ ਹੈ। ਉਹ ਕਹਿੰਦਾ ਆ ਜਾਓ। ਉਹ ਜਿਹੜਾ ਸੱਜਣ ਸੀ ਨਾ, ਜਿਹੜਾ ਲੋਕਾਂ ਨੂੰ ਲੁੱਟ ਲੈਂਦਾ ਸੀ, ਉਹ ਗੁਰੂ ਨਾਨਕ ਦੇ ਸ਼ਬਦ ਨੇ ਉਹਨੂੰ ਮਾਰ ਦਿੱਤਾ। ਉਹ ਗੁਰੂ ਨਾਨਕ ਦਾ ਸ਼ਬਦ ਸੁਣ ਕੇ ਉਹ ਸੱਜਣ ਠੱਗ ਮਰ ਗਿਆ। ਹੁਣ ਤਾਂ ਸੱਜਣ ਸੰਤ ਜਿੰਦਾ ਹੋ ਗਿਆ। ਹੁਣ ਤੁਸੀਂ ਡਰੋ ਨਾ, ਹੁਣ ਇੱਥੋਂ ਜੀਵਨ ਮਿਲਦਾ ਹੈ। ਜੇ ਗੁਰੂ ਨਾਨਕ ਦੇ ਸ਼ਬਦ ਦਾ ਬਾਣ ਨਹੀਂ ਲੱਗਿਆ ਨਾ, ਬੋਲੋ ਵਾਹਿਗੁਰੂ। ਉਹ ਗਾਏ ਸੁਣਿਆ ਅੱਖਾਂ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਜੋ ਲੋ ਗਹਿਣਾ ਕਮਾਈਏ। ਉਹ ਜਿੰਨੇ ਚ ਉਹ ਇੱਕ ਥਾਂ ਲਿਖਿਆ ਉਹਨੇ ਮੇਰੇ ਵਾਸਤੇ, ਕਹਿੰਦਾ ਅੰਦਰੂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਮੈਨੂੰ ਕਹਿੰਦਾ, ਮੈਂ ਗਾਉਂਦਾ ਸੀ ਪਿਆ ਤੇ ਮੈਨੂੰ ਕਹਿੰਦਾ ਅੰਨਿਆ ਵੇਖ ਤੈਨੂੰ ਗਿਆਨ ਹੈਗਾ ਕੋਈ? ਅੱਜ ਤੂੰ ਗਾਣਾ ਪਿਆ ਨੂੰ ਕਮਾਇਆ ਹੈਗਾ? ਇੱਕ ਦਿਨ ਮੈਂ ਕਹਿੰਦਾ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ, ਮੇਰੇ ਵੱਟ ਕੇ ਮਾਰਿਆ ਥੱਪੜ। ਕਹਿੰਦਾ ਮੈਨੂੰ ਗੁਰੂ ਨਾ ਕਹਿ। ਮੈਂ ਕਿਹਾ ਕੀ ਕਵਾਂ ਫਿਰ? ਕਹਿੰਦਾ ਨਾਨਕ ਕਹਿ ਲੈ, ਮੈਂ ਕਿਹੜਾ ਛੋਟਾ ਚੱਲਾ, ਤੂੰ ਮੈਨੂੰ ਗੁਰੂ ਨਾ ਕਹਿ। ਮੈਂ ਕਿਹਾ ਜੀ ਦੱਸੋ ਨਾ ਫਿਰ। ਮੇਰੀਆਂ ਅੱਖਾਂ 'ਚ ਹੰਝੂ ਆ ਗਏ, ਕਿਉਂ ਨਾ ਕਵਾਂ? ਕਹਿੰਦਾ ਤੂੰ ਮੇਰੀ ਕੋਈ ਗੱਲ ਮੰਨੀ ਹੈ? ਤੂੰ ਕੋਈ ਮੇਰਾ ਉਪਦੇਸ਼ ਮੰਨਿਆ? ਜੇ ਤੂੰ ਮੇਰੀ ਕੋਈ ਗੱਲ ਮੰਨੀ ਹੈ ਤੇ ਮੈਨੂੰ ਗੁਰੂ ਕਹਿ ਲੈ, ਤੇ ਜੇ ਤੂੰ ਮੇਰੀ ਕੋਈ ਗੱਲ ਮੰਨਦਾ ਹੀ ਨਹੀਂ ਤੇ ਮੈਂ ਤੇਰਾ ਗੁਰੂ ਕਿਵੇਂ ਆ? ਗੁਰੂ ਤਾਂ ਹੀ ਹੈ ਜੇ ਗੁਰੂ ਦੀ ਗੱਲ ਮੰਨੀਏ ਤੇ, ਜੇ ਗੁਰੂ ਦੀ ਗੱਲ ਸੁਣੀਏ ਤੇ, ਜੇ ਉਹਦੇ ਦੱਸੇ ਹੋਏ ਮਾਰਗ ਤੇ ਚੱਲੀਏ। ਆ ਲੱਡੂ ਜਲੇਬੀਆਂ ਜਦੋਂ ਖਾਂਦੇ ਨੇ ਨਾ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦੇਣ, ਤੇ ਖਾਂਦੇ ਪਏ ਲੱਡੂ,
ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਹੈ। ਮੈਂ ਫਿਰ ਉੱਥੇ ਉਦੋਂ ਵਾਲੇ ਸਿੱਖਾਂ ਦੇ ਕੋਲ ਜਾਂਦਾ ਵਾਂ ਜਿਹੜੇ ਉਦੋਂ ਵਾਲੇ ਜਦੋਂ ਉਹ ਨੀਹਾਂ 'ਚ ਖਲੋਤੇ ਸੀ, ਉਦੋਂ ਕੁਝ ਸਿੱਖ ਸੀਗੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਘਰ? ਕਹਿੰਦੇ ਸਾਡੇ ਘਰ 'ਤੇ ਅੱਗ ਵੀ ਨਹੀਂ ਸੀ ਬਲੀ। ਅਸੀਂ ਤੇ ਪੋਹ ਦਾ ਮਹੀਨਾ ਸਾਰਾ ਮਹੀਨਾ ਥੱਲੇ ਹੀ ਸੌਂਦੇ ਸੀ। ਢਾਡੀ ਦਰ ਪਰਮ ਮੰਗਣਾ ਦਰ ਕਦੇ ਨਾ ਛੋੜੇ। ਜਦੋਂ ਰੰਗਿਆ ਗਿਆ ਨਾ, ਬੋਲੋ ਵਾਹਿਗੁਰੂ, ਹੁਣ ਭਾਵੇਂ ਨੀਹਾਂ 'ਚ ਖਿਲਾਰ ਦੇ ਤੇ ਭਾਵੇਂ 10 ਲੱਖ ਫੌਜ ਲੈ ਕੇ ਚੜ੍ਹ ਕੇ ਆ ਜਾ, ਤੇ ਭਾਵੇਂ ਆਰੇ ਥੱਲੇ 2 ਫਾੜ ਕਰ ਦੇ, ਭਾਵੇਂ ਖੋਪੜੀ ਲਾ ਲਾ, ਭਾਵੇਂ ਬੰਦ ਕੱਟ ਦੇ, ਹੁਣ ਤਾਂ ਨਹੀਂ ਨਾ ਫਿਰ ਪ੍ਰੀਤ ਟੁੱਟ ਸਕਦੀ। ਪਰ ਗੱਲ ਇਹ ਆ, ਮਨ ਰੱਤਾ ਗੋਬਿੰਦ ਸੰਗ। ਜਦੋਂ ਮਨ ਰੰਗਿਆ ਗਿਆ, ਇੱਕ ਹੋ ਗਿਆ, ਇੱਕ ਹੋ ਗਿਆ। ਜੇ ਇੱਕ ਹੋਏ ਤਾਂ ਉਗਵੈ। ਜਿੰਨੇ ਚਿਰ 2 ਫਾੜ ਹੈ ਨਾ, ਬੀਜ ਉਗਣਾ ਨਹੀਂ। ਇੱਕ ਹੋ ਜਾ ਬਸ। ਇੱਕ ਕਿਵੇਂ ਹੋਏਗਾ? ਇੱਕ ਨਾਲ ਜੁੜ ਕੇ ਦਿਨ ਰਾਤ ਵਾਹਿਗੁਰੂ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਸਮੇਂ ਦਾ ਮੈਨੂੰ ਇਸ਼ਾਰਾ ਕਰ ਦਿਓ ਜੀ। ਜਦ ਮੈਂ ਕਿਹਾ ਸਮੇਂ ਦਾ ਮੜ ਜਾ ਇਸ਼ਾਰਾ ਕਰ ਦਿਓ। ਠੀਕ ਹੈ ਜੀ। ਮੈਂ ਕਮਲਾ ਹੈਗਾ ਜੀ, ਗਿਆਨੀ ਨਹੀਂ ਹੈਗਾ, ਮੂਰਖ ਹੈਗਾ ਮੈਂ। ਬਾਬਾ ਮੂਰਖ ਹਾਂ। ਬਸ ਮੈਨੂੰ ਤਾਂ ਗੁਰੂ ਨੇ ਪਤਾ ਨਹੀਂ ਇੱਕ ਸ਼ਬਦ ਲਿਖਿਆ, ਇਹਦੇ 'ਚ ਮੈਂ ਪੜ੍ਹਿਆ ਉਦੋਂ, ਤੇ ਮੈਂ ਕਿਹਾ ਤੂੰ ਇਹ ਮੇਰੇ ਵਾਸਤੇ ਲਿਖਿਆ ਤਾਂ ਸਾਰਾ ਹੀ ਮੇਰੇ ਵਾਸਤੇ ਆ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਜਬ ਤੇ ਦਰਸ਼ਨ ਭੇਟੇ ਸਾਧੂ, ਭੇਟੇ ਨਹੀਂ ਨਾ, ਜਿਨ੍ਹਾਂ ਨੇ ਸਾਧੂ ਭੇਟਿਆ ਉਹਨਾਂ ਦੇ ਭਲੇ ਦਿਨ ਆ ਗਏ। ਕਿੱਥੇ? ਮੈਂ ਕਈ ਵਾਰੀ ਇੱਕ ਵਾਰੀ ਸੰਗਤ 'ਚ ਕਹਿੰਦਾ ਸੀ, ਮੈਂ ਬੈਠਾ ਤੇ ਮੈਂ ਕਿਹਾ ਲੋਕੀ ਕਰਾਮਾਤਾਂ ਦੇਖਦੇ ਨਾ ਸਾਧਾਂ ਦੀਆਂ, ਡੇਰਿਆਂ ਨਾਲ ਇੱਧਰ ਉੱਧਰ ਜੁੜੇ ਨੇ, ਉਹ ਬਾਬਾ ਬੜਾ ਜਾਰਾ, ਬੜੀ ਕਰਾਮਾਤ ਕਰਦਾ, ਉਹ ਕਰਦਾ, ਉੱਧਰ ਨੂੰ ਜਾਂਦੇ ਭੱਜ ਕੇ। ਮੈਂ ਕਿਹਾ ਤੁਹਾਨੂੰ ਕਰਾਮਾਤ ਦਿਖਾਵਾਂ, ਗੁਰੂ ਨਾਨਕ ਦੀ ਕਰਾਮਾਤ ਦਿਖਾਵਾਂ, ਤੁਸੀਂ ਦੇਖਣੀ ਹੈ? ਉਹ ਕਹਿੰਦੇ ਪਤਾ ਨਹੀਂ ਬਾਬੇ ਨੇ ਕੀ ਦਿਖਾ ਦੇਣਾ। ਨਹੀਂ ਦੇਖਣੀ, ਚਲੋ ਨਹੀਂ ਦਿਖਾਉਂਦੇ। ਦੇਖਣੀ ਹੈ? ਉਹ ਸਿਰ ਸੁਰ ਲਾਓ ਯਾਰ। ਨਹੀਂ ਹੈ, ਨਹੀਂ ਵੇਖਣੀ। ਕਿਉਂ? ਡਰ ਲੱਗਦਾ ਹੈ। ਬੋਲੋ ਵਾਹਿਗੁਰੂ। ਆਹ ਕਰਾਮਾਤ ਹੈ ਉਹਦੀ। ਆ ਤੁਹਾਡੇ ਸਾਹਮਣੇ ਬੈਠਾ ਇਹ ਗੁਰੂ ਨਾਨਕ ਦੀ ਕਰਾਮਾਤ ਹੈ। ਨਾਲੀ ਦੇ ਕੀੜੇ ਨੂੰ ਚੱਕ ਕੇ ਆਪਣੇ ਤਖਤ ਤੇ ਬਿਠਾਤਾ। ਜਨਮ ਪਵੰਤੇ ਨਰਕ ਪੜੰਤੇ ਤਿੰਨ ਕੇ ਕੁੱਲ ਉਧਾਰੇ। ਆ ਕਰਾਮਾਤ ਹੈ ਖਾਲਸਾ, ਉਹਦੀ ਕਰਾਮਾਤ ਹੈ। जिस नीच को कोई ना जाने नाम जब तो चौकुंट माने। सब तो वड्डी करामात ओदी खालसा है। 10 ਲੱਖ चढ़ के आ गया तो 40 ने अंदर। ये करामात है। 2 ने निक्कियां निक्कियां जिंदा 7 ते 9 साल दियां ते योर ला के मर गए ने। इन्हें तसीहे भी दिते ने। वो गलेला जियां होंदियां सी वो भी मारियां पिपल ना बन के। जरा तस्वीर बनाओ ना, तस्वीर बनाओ ना। इदा बन्ने ने हथ, पिछे पिपल ना बन्ने ने, ते सामने गलेल चलाई ते अख ते लगी आ, ते इथों लहू वगया ते हथ अख पहुंच भी नहीं सकता। हथ बन्ने ने पिछे। आ करामात है ओदी। उन्हें पुत्र देता जी, उन्हें धी देती, ए कोई करामात नहीं। किड्डे किड्डे होणगे सुरमे उन्होंने सामने खड़े। 7 साल ते 9 साल के बच्चों के सामने किड्डे किड्डे जवान, किड्डियां किड्डियां तलवारां, किन्ने किड्डे डरे। क्यों नहीं डरे? मन रत्ता गोविंद संग। उन्होंने पता लग गया सी मैं ना मरूं। कहते मैं नहीं मरना।
ਹੁਣ ਨਹੀਂ ਮਰਨਾ। ਆਪ ਆ ਕੇ ਵੀ ਮਰ ਗਏ ਤੇ ਫਿਰ ਫਾਇਦਾ ਕੀ ਹੈ ਪਾਣ ਦਾ। ਗੁਰੂ ਨਾਨਕ ਸਾਹਿਬ ਦੀ ਕਰਾਮਾਤ ਕਹਿੰਦਾ, ਆ ਤੇਰਾ ਸਿੱਖਾ ਪਹਿਲਾਂ ਮੈਂ ਮਰਨ ਦਾ ਪੈ ਚੁੱਕਾ, ਪਹਿਲਾਂ ਮਰਨ ਕਬੂਲ। ਜਿਹਦੇ ਤੋਂ ਤੂੰ ਡਰਦਾ ਫਿਰਦਾ ਨਾ, ਪਹਿਲਾਂ ਮਰਨ ਕਬੂਲ। ਇੱਥੇ ਛੱਡ, जीवन की छड़ आस। हो सबना की ऋण का ताओ, आओ हमारे पास, जाओ तो प्रेम खेलन का चाहो, सिर तर तली गली मेरी आओ। लुधियाने समागम सी, दास अपने बच्चों ਨੂੰ ਪੇਸ਼ ਕਰਨ ਲੈ ਗਿਆ, ਪੰਜਾਂ ਪਿਆਰਿਆਂ ਦੇ 2 ਬੱਚੇ ਸੀ ਏਡੇ ਏਡੇ। ਬੋਲ ਵਾਹਿਗੁਰੂ। ਜਦੋਂ ਉਹਨਾਂ ਨੂੰ ਅੰਦਰ ਪੇਸ਼ ਕਰਨ ਗਿਆ, ਮੈਨੂੰ ਕਹਿੰਦੇ ਤੂੰ ਪਿੱਛੇ ਖੜਾ ਹੋ ਜਾ। ਮੈਂ ਪਿੱਛੇ ਖੜਾ ਹੋ ਗਿਆ। ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਆਪੇ ਆਏ ਹੋ ਕਿ ਤੁਹਾਡਾ ਪਿਓ ਲੈ ਕੇ ਆਇਆ ਤੁਹਾਨੂੰ ਪਹਿਲਾ ਪਰਚਾ? ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ। ਕੀ ਕਰਨ ਆਏ ਹੋ? ਅੰਮ੍ਰਿਤ ਛਕਣਾ। ਅੰਮ੍ਰਿਤ ਛਕਣਾ ਤੇ ਇੱਥੇ ਤਸੀਸ ਭੇਟਾ ਕਰਨਾ ਪੈਣਾ। ਕਿਰਪਾਨਾਂ, 5 ਨੰਗੀਆਂ ਕਿਰਪਾਨਾਂ ਵਾਲੇ ਸਿੰਘ ਖੜੇ ਨੇ, ਹੱਥ 'ਚ ਨੰਗੀਆਂ ਕਿਰਪਾਨਾਂ ਫੜੀਆਂ। ਇੰਨੇ ਨੇ ਬੱਚੇ ਪੁੱਛਦੇ ਨੇ ਸੀਸ ਭੇਟਾ ਕਰਨ ਲਈ ਤਿਆਰ ਹੋ? ਵੱਡਾ ਸਿਆਣਾ ਆ ਥੋੜ੍ਹਾ ਜਿਹਾ, ਉਹਨੂੰ ਪਤਾ ਇਹਨਾਂ ਕਿਹੜਾ ਵੱਢ ਲੈਣਾ। ਅੰਦਰ ਚਤਰਾਈ ਆ, ਕਹਿੰਦਾ ਜੀ ਵੱਢ ਲਓ। ਤੇ ਛੋਟਾ ਮਾਸੂਮ ਆ। ਇਹ ਮਾਸੂਮੀਅਤ ਹੈ, ਮਾਰਗ ਹੈ। ਇਹ ਭੋਲੇ ਭਾਏ ਮਿਲੇ ਰਘੁਰਾਇਆ। ਇੱਥੇ ਚਤਰਾਈਆਂ ਕੰਮ ਨਹੀਂ ਆਉਂਦੀਆਂ। ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਤੁੱਠਾ ਸਾਹਿਬ ਜੋ ਦੇਵੇ ਸੋਈ ਸੁੱਖ ਪਾਈਏ। ਉਹਨੂੰ ਪੁੱਛਦੇ ਤੂੰ ਨਹੀਂ ਬੋਲਦਾ? ਤੇ ਵੱਡਾ ਉਹਨੂੰ ਏਦਾਂ ਮਾਰ ਕੇ ਨਾ, ਉਹਨੂੰ ਏਦਾਂ ਮਾਰਦਾ ਬਾਂਹ ਵੀ ਤੂੰ ਕਹਿ ਦੇ ਵੀ ਵੱਢ ਲਓ। ਤੇ ਉਹਨੂੰ ਕਹਿੰਦਾ ਚੁੱਪ ਕਰ, ਮੈਨੂੰ ਸੋਚ ਲੈਣ ਦੇ। ਇਹ ਹੈ ਭੋਲੇ ਭਾਏ। 2 ਮਿੰਟ ਖੜਾ ਰਿਹਾ, ਉਹ ਵੀ ਦੇਖਦੇ ਰਹੇ ਵੀ ਕੀ ਕਹਿੰਦਾ। 2 ਮਿੰਟਾਂ ਬਾਅਦ ਉਹਨੇ ਸਿਰ ਏਦਾਂ ਕਰਤਾ ਵੀ ਵੱਢ ਲਓ। ਤੇ ਸਤਿਗੁਰ ਮਾਰਦਾ ਥੋੜੀ ਹੈ। सतगुरु मेरा मार्जी वाले, सतगुरु मेरा सरपत पाले, सतगुरु मेरा सबस का दाता, सतगुरु मेरा पुरख विदाता। ओ दुनिया दे लोगों, गुर जैसा नाही को देव, जिस मस्तक भाग सो लागा सेव। जिदे मत्थे दे भाग जागदे ने ना, वो 5 प्यारिਆਂ ਕੋਲ ਜਾ ਕੇ ਨਾਮ ਦੀ ਦਾਤ ਲੈ ਕੇ ਤੇ ਫਿਰ ਗੁਰੂ ਗੁਰੂ ਜਪਦਾ। बोलो वाहिगुरु वाहिगुरु। नित राम राम करता सब जग फिरै, राम न पाया जाए। ये तो गुर प्रसाद है। गुर प्रसादी राम मन वसे, थां फल पावै कोय। गुरु दा प्रसाद है, गुरु दी बख्शिश है। समर्थ गुरु सिर हथ धरियो, गुर कीनी किरपा हर नाम दियो। उत्थे जाना नहीं। बोलो वाहिगुरु वाहिगुरु। बोलते नहीं वाहिगुरु वाहिगुरु। पता क्यों बोलना? बोलो। अमृत बचन गुर सतगुर की बाणी, अमृत बचन गुर सतगुर की बाणी। जो बोले सो मुख अमृत पावै। ਤੇ ਅੰਮ੍ਰਿਤ ਕੌਣ ਪੀ ਗਿਆ? ਭਾਈ ਮਨਪ੍ਰੀਤ ਸਿੰਘ। ਬੋਲਦਾ ਤੇ ਉਹੀ ਪਿਆ ਸੀ, ਆਪਾਂ ਤੇ ਨਾਲ ਬੋਲਦੇ ਹੀ ਨਹੀਂ ਸੀ, ਹੈ ਨਾ? ਬੋਲਦੇ ਸੀ ਤੇ ਅੰਮ੍ਰਿਤ ਪੀ ਗਿਆ ਸਾਰਾ ਉਹ। ਤੇ ਫਿਰ ਅਮਰ ਵੀ ਉਹ ਨਹੀਂ ਹੋਣਾ। ਅੰਮ੍ਰਿਤ ਪੀਵੇ ਅਮਰਤ ਹੋਏ। ਤੇ ਤੁਸੀਂ ਤਾਂ ਬੋਲਦੇ ਹੀ ਨਹੀਂ, ਬਾਣੀ ਨਾਲ ਬੋਲਦੇ ਹੀ ਨਹੀਂ। ਹੁਕਮ ਹੈ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕੀ ਹੁਕਮ ਹੈ ਜੀ? ਗਾਵੋ। ਤੁਹਾਡੇ ਘਰ ਵਾਜੇ ਹੈਗੇ ਨੇ? ਤਪਲੇ ਹੈਗੇ ਤੁਹਾਡੇ ਘਰ? ਖੜਤਾਲਾਂ ਹੈਗੀਆਂ? ਪੋਥੀਆਂ ਹੈਗੀਆਂ? ਹਾਂ 12 ਤਾਂ ਹੈਗੀਆਂ। ਠੇਕੇ ਹੈਗੇ ਸਿੱਖਾਂ ਦੇ ਘਰ। ਹੁਣ ਗਾਵੋਗੇ ਕਿਵੇਂ? ਉੱਥੇ ਗੁਰਦੁਆਰਾ ਬਣਿਆ ਸੀ, ਮੈਨੂੰ ਕੀਰਤਨ ਲਈ ਸੱਦ ਲਿਆ। ਉੱਦਾਂ ਮੈਂ ਭਾਈ ਸਾਹਿਬ ਮੇਰੀ ਡਿਮੋਸ਼ਨ ਹੋ ਗਈ ਹੈ। ਤੁਸੀਂ ਕਹਿੰਦੇ ਨੇ ਬਾਪੂ ਜੀ ਸੁਣਾਉਣਗੇ, ਮੇਰੀ ਡਿਮੋਸ਼ਨ ਹੋ ਗਈ ਹੈ। ਕੀਰਤਨ ਤੂੰ ਕਥਾ ਤੇ ਇਹ ਡਿਮੋਸ਼ਨ ਆ, ਪ੍ਰਮੋਸ਼ਨ ਨਹੀਂ। ਮੈਂ ਵੀ ਬੜਾ ਰੰਗ ਕੀਰਤਨ ਕਰਦਾ ਸੀ, ਬੜੇ ਮਹਾਰਾਜ ਸੇਵਾ ਲੈਂਦੇ ਸੀ। ਪਰ ਇਹ ਵੀ ਮਹਾਰਾਜ ਦਾ ਹੁਕਮ ਹੀ ਸੀਗਾ। ਉਹ ਮੈਂ ਬੈਠਾ ਸੀ ਚੁੱਪ ਕਰਕੇ ਆਪਣੇ ਘਰ, ਤੇ ਇੱਕ ਦਿਨ ਮੈਂ ਵਚਨ ਪੜ੍ਹ ਲਿਆ, ਬੋਲ ਸੋ ਧਰਮੜੀਆ ਮੋਨ ਕਤਾਰੀ ਰਾਮ। ਮੈਂ ਕਿਹਾ ਹੈ ਇਹ ਮਹਾਰਾਜ ਕਹਿੰਦੇ ਨੇ ਬੋਲ, ਤੈਨੂੰ ਧਰਮੀ ਬਣਾਇਆ ਤੇ ਬੋਲ, ਤੂੰ ਚੁੱਪ ਕਰਕੇ ਆਪਣੇ ਘਰ ਬਹਿ ਗਿਆ।
ਤੇ ਜਦੋਂ ਮੈਂ ਬੋਲਣ ਲੱਗਿਆ ਤੇ ਫਿਰ ਪਤਾ ਮੈਨੂੰ ਕੀ ਕਹਿੰਦਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਫਿਰ ਮੈਨੂੰ ਕਹਿੰਦਾ ਤੂੰ ਹੁਣ ਸੱਚ ਬੋਲਣਾ। ਮੈਂ ਕਿਹਾ ਜੀ ਕੁੱਟ ਬੜੀ ਪੈਂਦੀ ਏ। ਕਹਿੰਦਾ ਕੁੱਟ ਕਿੱਥੇ, ਇਹ ਤਾਂ ਸੀਸਗੰਜ 'ਚ ਸੀਸ ਵੀ ਵੱਢ ਦਿੰਦੇ ਨੇ, ਸੱਚ ਹੀ ਬੋਲਿਆ ਸੀ, ਹੋਰ ਕੀ ਕੀਤਾ ਸੀ। ਇੱਥੇ ਬਹਿ ਕੇ ਉਪਦੇਸ਼ ਕਰਨਾ ਕਿਤੇ ਸੌਖਾ ਹੈ? ਪਹਿਲਾਂ ਮਰਨ ਲਈ ਤਿਆਰ ਹੋ, ਪਹਿਲਾਂ ਗਾਲਾਂ ਖਾਣ ਲਈ ਤਿਆਰ ਹੋ, ਇਹਨਾਂ ਦੀਆਂ ਡੰਡੇ ਖਾਣ ਲਈ ਤਿਆਰ ਹੋ। ਇੱਥੋਂ ਬਾਹਰ ਨਿਕਲਦਿਆਂ ਕਈ ਪੁੱਛਦੇ ਨੇ ਤੂੰ ਹੀ ਇਕੱਲਾ ਸਿੱਖ ਰਹਿ ਗਿਆ, ਹੋਰ ਤਾਂ ਕੋਈ ਸਿੱਖ ਹੀ ਨਹੀਂ ਹੈਗਾ। ਮੈਂ ਕਿਹਾ ਜੇ ਮੇਰਾ ਬਣਨਾ ਹੀ ਤਾਂ ਮੈਨੂੰ ਪੁੱਛ, ਤੇ ਜੇ ਗੁਰੂ ਨਾਨਕ ਦਾ ਬਣਨਾ ਤੇ ਗੁਰੂ ਨਾਨਕ ਨੂੰ ਪੁੱਛ। ਉੱਥੇ ਤਾਂ ਇਦਾਂ ਹੀ ਲਿਖਿਆ ਹੈ। ਇਹ ਤਾਂ ਸੌਦਾ ਸਿਰੋਂ ਸਿਰ ਹੈ ਪਿਆਰਿਓ, ਸਿਰ ਤੋਂ ਘੱਟ ਇੱਥੋਂ ਸੌਦਾ ਮਿਲਦਾ ਨਹੀਂ, ਤੇ ਜਿਹੜਾ ਸੌਦਾ ਤੁਸੀਂ ਲੈਣ ਆਏ ਹੋ ਇੱਥੇ ਹੈ ਨਹੀਂ। ਬੋਲੋ ਵਾਹਿਗੁਰੂ ਵਾਹਿਗੁਰੂ। ਤੇ ਜਿਹੜਾ ਤੁਸੀਂ ਮੰਗਦੇ ਜੇ ਉਹ ਵੀ ਗਲਤ ਮੰਗਦੇ ਜੇ। ਸੱਚ ਦੀ ਦੁਕਾਨ ਤੇ ਖਲੋ ਕੇ ਝੂਠ ਮੰਗਦੇ ਆ ਆਪਾਂ। ਜਿਵੇਂ ਕੋਈ ਬੰਦਾ ਲੋਹੇ ਦੀ ਦੁਕਾਨ ਤੇ ਖੜਾ ਹੋਵੇ ਤੇ ਕਹੇ ਮੈਨੂੰ ਕੱਪੜਾ ਦੇ ਦਿਓ, ਕੋਈ ਪੰਸਾਰੀ ਦੀ ਦੁਕਾਨ ਤੇ ਖੜਾ ਹੋਵੇ ਤੇ ਉੱਥੇ ਆਖੇ ਮੈਨੂੰ ਸੋਨਾ ਦੇ ਦਿਓ, ਤੇ ਸੱਚ ਦੀ ਦੁਕਾਨ ਤੇ ਖੜਾ ਹੋ ਕੇ ਕੋਈ ਆਖੇ ਮਹਾਰਾਜ ਜੀ ਮੈਨੂੰ ਪੁੱਤਰ ਦੇ ਦਿਓ, ਮਹਾਰਾਜ ਜੀ ਮੇਰਾ ਕਾਰੋਬਾਰ ਵੱਡਾ ਕਰ ਦਿਓ। ਇਹ ਕੀ ਹੈ ਜੀ? ਇਹ ਝੂਠ ਹੈ, ਦੁੱਖ ਹੈ। ਵੈਨ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਨਹੀਂ ਸਮਝ ਲੱਗੀ? ਉਹ ਬਿਨਾ ਗੁਰੂ ਤੋਂ ਹੋਰ ਕੁਛ ਮੰਗਣਾ ਦੁੱਖਾਂ ਦੇ ਸਿਰਾਂ ਦੇ ਸਿਰ ਦੁੱਖ ਆ। ਤੇ ਤੁਸੀਂ ਖੜਾ ਹੋ ਕੇ ਮੰਗਿਆ ਪੁੱਤ, ਤੇ ਜਦੋਂ ਪੁੱਤ ਆਗਿਆਕਾਰੀ ਨਾ ਹੋਇਆ ਤੇ ਫਿਰ ਤੁਸੀਂ ਉਸੇ ਮੂੰਹ ਨਾਲ ਆਖਿਆ ਨਾ ਹੀ ਹੁੰਦਾ ਤੇ ਚੰਗਾ ਸੀ। ਆਖਿਆ ਨਾ। ਮੰਗਿਆ ਕਿੰਨੇ ਸੀ? ਮੰਗਿਆ ਕਿੰਨੇ ਸੀ? ਲਿਸਟ ਕਿੰਨੇ ਪੜੀ ਸੀ ਐਡੀ ਵੱਡੀ? ਉਹ ਇੱਥੇ ਮੰਗਣ ਮੰਗ ਤਾਂ ਇੱਕ ਹੈ ਮੰਗ। ਨਹੀਂ ਸਮਝ ਲੱਗੀ? ਉਹ ਮੰਗਣਾ ਤੇ ਇੱਕ ਨੂੰ ਹੀ ਮੰਗ ਲੈਣਾ। ਇੱਕ ਨਿੱਕੀ ਜਿਹੀ ਗੱਲ ਸੁਣਾ ਕੇ ਤੁਹਾਨੂੰ। ਬੋਲੋ ਵਾਹਿਗੁਰੂ ਵਾਹਿਗੁਰੂ। ਹੱਡੀ ਬੀਤੀ ਇੱਕ ਗੱਲ ਤੁਹਾਨੂੰ ਸੁਣਾਉਣ ਲੱਗਿਆ, ਅੱਗੇ ਵੀ ਸੁਣਾਈ ਕਈ ਵਾਰੀ ਕਿਹਾ ਥਾਂ, ਇਹਨੂੰ ਬੜਾ ਜੋਸ਼ ਆਉਂਦਾ ਪਿਆ। ਵਾਹਿਗੁਰੂ ਵਾਹਿਗੁਰੂ। ਸਾਡੇ ਲਾਗੇ ਪਿੰਡ ਆ ਤੇ ਉੱਥੇ ਇੱਕ ਪਰਿਵਾਰ ਰਹਿੰਦਾ ਸੀ, ਤੇ ਜਿਹੜਾ ਪਰਿਵਾਰ ਦਾ ਮੁਖੀਆ ਨਾ ਉਹ ਬੜਾ ਗਲਤ ਰਾਹ ਤੇ ਚੱਲ ਪਿਆ। ਉਹਦੀ ਜਿਹੜੀ ਜ਼ਮੀਨ ਸੀ ਉਹ ਵੀ ਉਹਨੇ ਲਗਭਗ ਵੇਚ ਕੇ ਖਾ ਲਈ ਸਾਰੀ, ਸ਼ਰਾਬਾਂ ਕਬਾਬਾਂ 'ਚ। ਤੇ ਰੋਜ਼ ਉਹਦੇ ਘਰ ਮਹਿਫਲ ਲੱਗਦੀ ਸੀ, 2-4 ਸੱਜਣ ਮਿੱਤਰ ਰੋਜ਼ ਘਰ ਆਏ ਰਹਿੰਦੇ ਸੀ। ਰੋਜ਼ ਉਹਦੇ ਘਰ ਤੁਸੀਂ ਕਹੋਗੇ ਇਹ ਕੀ ਸੁਣਾਉਣ ਲੱਗਿਆ। ਬੋਲੋ ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਹਜੂਰ ਸਾਹਿਬ ਚੱਲੀ ਸੀ ਤੇ ਉਹਦੀ ਸਿੰਘਣੀ ਨੂੰ ਸੰਗਤ ਨੇ ਕਿਹਾ ਵੀ ਤੂੰ ਵੀ ਨਾਲ ਚੱਲ, ਸ਼ਾਇਦ ਤੇਰਾ ਵੀ ਭਲਾ ਹੋ ਜਾਏਗਾ। ਉਹ ਵੀ ਟਰੱਕ ਵਿੱਚ ਬਹਿ ਗਈ ਤੇ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਚਲੇ ਗਏ। ਉੱਥੇ 2-4 ਦਿਨ ਰਹਿਣਾ ਸੀ। ਜਿਹੜਾ ਰਹੇ ਤੇ ਜਿੱਦਣ ਆਉਣਾ ਸੀ, ਕੋਈ ਸਿੰਘ ਉੱਥੇ ਕਥਾ ਕਰਦਾ ਸੀ, ਤੇ ਉਹ ਜਿਹੜਾ ਕਥਾ ਕਰਦਾ ਸੀ ਸਿੰਘ, ਉਹਨੇ ਇੱਕ ਗੱਲ ਕਹੀ ਬੜੀ ਵਧੀਆ। ਕਹਿੰਦਾ ਸਾਧ ਸੰਗਤ ਜੀ ਤੁਸੀਂ ਇੱਥੇ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਆਏ ਹੋ ਤੇ ਇੱਥੋਂ ਤੁਸੀਂ ਹੁਣ ਵਾਪਸ ਜਾਣਾ ਹੈ। ਤੇ ਹੁਣ ਜਦੋਂ ਤੁਸੀਂ ਵਾਪਸ ਜਾਓਗੇ ਨਾ ਤੇ ਤੁਸੀਂ ਇਹ ਗੱਲ ਕਹੋ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਮੇਰੇ ਨਾਲ ਹੀ ਘਰ ਚੱਲ। ਨਹੀਂ ਸਮਝ ਲੱਗੀ? ਤੁਸੀਂ ਇੱਥੇ ਆਏ ਹੋ ਅਬਚਲ ਨਗਰ, ਨੰਦੇੜ ਸਾਹਿਬ, ਹਜੂਰ ਸਾਹਿਬ ਇੱਥੇ ਆਏ ਹੋ ਤੇ ਇੱਥੋਂ ਹੁਣ ਤੁਸੀਂ ਆਪਣੇ ਘਰਾਂ ਨੂੰ ਜਾਣਾ ਹੈ। ਤੇ ਜਦੋਂ ਜਾਣਾ ਨਾ ਹੁਣ ਖਾਲੀ ਨਾ ਜਾਇਓ, ਤੇ ਇਹਨੂੰ ਕਹੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਸੱਚੇ ਪਾਤਸ਼ਾਹ ਸਾਡੇ ਨਾਲ ਹੀ ਘਰ ਚੱਲ। ਤੇ ਉਹ ਬੀਬੀ ਖੜੀ ਹੋ ਗਈ ਸੰਗਤ ਦੇ ਵਿੱਚ, ਤੇ ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ, ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ, ਦੁਆਈ ਰੱਬ ਦੀ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮੈਂ ਤੁਹਾਨੂੰ ਆਪਣੇ ਘਰ ਨਹੀਂ ਲਿਜਾ ਸਕਦੀ, ਮੈਂ ਤੁਹਾਨੂੰ ਬਿਠਾਵਾਂਗੀ ਕਿੱਥੇ? ਮੇਰੇ ਘਰ ਤਾਂ ਰੋਜ਼ ਮਹਿਫਲ ਲੱਗਦੀ ਹੈ, ਮੈਂ ਤੁਹਾਨੂੰ ਉੱਥੇ ਬਿਠਾਵਾਂਗੀ ਕਿੱਥੇ? ਉੱਥੇ ਤਾਂ ਜਗ੍ਹਾ ਹੀ ਨਹੀਂ ਤੁਹਾਡੇ ਬਹਿਣ ਲਈ, ਮੈਂ ਨਹੀਂ ਲਿਜਾ ਸਕਦੀ ਤੁਹਾਨੂੰ। ਸਤ ਸੁਣਦਾ ਸਦ ਵੇਖਦਾ ਸ਼ਬਦ ਰਿਆ ਭਰਪੂਰੇ। ਜੇ ਤੂੰ ਮੇਰੇ ਨਾਲ ਮੇਰੇ ਘਰ ਜਾਣਾ ਤੇ ਪਹਿਲਾਂ ਮੇਰੇ ਘਰ ਦੀ ਸਫਾਈ ਕਰਾ। ਅਰਦਾਸ ਪ੍ਰਵਾਨ ਹੋ ਗਈ।
ਰਾਤ ਨੂੰ 12 ਵਜੇ ਉਹਦੇ ਘਰ ਵਾਲੇ ਨੂੰ ਸੁੱਤੇ ਨੂੰ ਉਠਾਇਆ ਮੰਜੀ ਤੋਂ। ਕਿੰਨੇ ਉਠਾਇਆ ਤੇ ਉਹ ਜਾਣੇ। ਹੁਣ ਕਈ ਵਾਰੀ ਪੁੱਛਿਆ ਦੱਸਦਾ ਨਹੀਂ, ਹੱਸ ਛੱਡਦਾ। ਉਠਾਇਆ, ਬੱਚਿਆਂ ਨੂੰ ਉਠਾਉਂਦਾ ਰਾਤ ਨੂੰ, ਕਹਿੰਦਾ ਘਰ ਸਾਫ਼ ਕਰੋ, ਆ ਮੇਰੀਆਂ ਬੋਤਲਾਂ ਸੁੱਟੋ ਬਾਹਰ, ਮੰਜੇ ਧੋਵੋ, ਦੀਵਾਰਾਂ ਧੋਵੋ, ਫਰਸ਼ ਧੋਵੋ, ਸਾਫ਼ ਕਰੋ, ਛੇਤੀ ਕਰੋ। ਬੱਚੇ ਕਹਿੰਦੇ ਪਾਪਾ ਤੇਰਾ ਰੋਜ਼ ਦਾ ਹੀ ਕੰਮ ਹੈ। ਬੱਚੇ ਸੌਂ ਗਏ। ਆਪੇ ਹੀ ਉੱਠਿਆ, ਸਾਰਾ ਘਰ ਸਾਫ਼ ਕਰਤਾ, ਬੋਤਲਾਂ ਭੰਨ ਦਿੱਤੀਆਂ, ਸਭ ਕੁਝ ਸਾਫ਼ ਕਰਕੇ ਐਨ ਸਾਫ਼ ਸੁਥਰਾ ਕਰਤਾ। ਦੂਜੇ ਤੀਜੇ ਦਿਨ ਸੰਗਤ ਆਈ, ਘਰ ਵਾਲੀ ਆਈ ਤੇ ਕਹਿੰਦਾ ਭਗਵਾਨੇ ਆਪਾਂ ਅੰਮ੍ਰਿਤ ਛਕ ਕੇ ਸਿੰਘ ਸਜਣਾ ਹੈ। ਔਰ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਤੁਸੀਂ ਆਇਓ ਕਿਤੇ ਦਿਖਾਵਾਂਗੇ। ਉਹ ਨਾਮ ਜਪੰਦੜੀ ਲਾਲੀ ਜਿਹੜੀ ਹੁਣ ਉਹਨੂੰ ਚੜੀ ਹੈ ਨਾ, ਚਿਹਰਾ ਉਹਦਾ ਇਸ ਤਰ੍ਹਾਂ ਜਿਵੇਂ ਗੁਲਾਬ ਦਾ ਫੁੱਲ ਖਿੜਿਆ ਹੁੰਦਾ। ਅੰਦਰ ਦੀ ਮੈਲ ਸਾਰੀ ਉਤਰ ਗਈ। ਗੁਰੂ ਨਾਨਕ 100 ਸਾਲ ਥੋੜੀ ਲਾਉਂਦੇ ਨੇ, 1 ਸਕਿੰਟ ਬਸ। ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਰੱਬ ਨੂੰ ਮਿਲਣ ਲਈ ਅੱਧਾ ਸਵਾਸ ਚਾਹੀਦਾ, ਪਰ ਇਹ ਵੱਖਰੀ ਗੱਲ ਹੈ, ਉਹ ਅੱਧਾ ਸਵਾਸ ਲਿਆਉਣ ਲਈ ਸਾਰੇ ਸਵਾਸ ਹੀ ਕਰਨਾ ਪੈਣਾ। ਵਾਹਿਗੁਰੂ 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 ਵਾਹਿਗੁਰੂ। ਪਤਾ ਨਹੀਂ ਕਦੋਂ ਉਹ ਅੱਧਾ ਸਵਾਸ ਆਵੇ ਤੇ ਸੁਰਤ ਦਾ ਸ਼ਬਦ ਨਾਲ ਮੇਲ ਹੋਵੇ ਤੇ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਵਿਛੋੜਾ ਮੁੱਕ ਜਾਵੇ। ਅਜੇ ਤੱਕ ਅਲਖ ਹੀ ਚੜੀ ਹੈ ਨਾ, ਜਿੱਧਰ ਵੇਖੋ। ਮੈਂ ਪੁੱਛਿਆ ਸੀ ਇੱਕ ਵਾਰ, ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਗੁਰਦੁਆਰੇ ਸੀ, ਮੈਂ ਸਾਰੇ ਆ ਕੇ ਅੱਧਾ ਹੀ ਕੁਰਸੀਆਂ ਤੇ ਬੈਠੇ ਨੇ। ਦੱਸੋ, ਬਾਬਾ ਅਮਰਦਾਸ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲਦੇ ਨੇ। 62 ਸਾਲ ਦੀ ਉਮਰ ਵਿੱਚ 12 ਸਾਲ ਗਾਗਰ ਢੋਂਦੇ ਨੇ, ਸੇਵਾ ਕਰਦੇ ਨੇ। 74 ਸਾਲ ਦੀ ਉਮਰ 'ਚ ਜਾ ਕੇ ਕਿਤੇ ਗੁਰਗੱਦੀ ਮਿਲਦੀ ਹੈ। ਫਿਰ 22 ਸਾਲ ਗੁਰਗੱਦੀ ਕਰਦੇ ਨੇ ਤੇ ਕੀ ਉਹ ਕੁਰਸੀਆਂ ਤੇ ਬਹਿੰਦੇ ਸੀ ਆਣ ਕੇ? ਬੋਲੋ ਵਾਹਿਗੁਰੂ। ਇਹਨਾਂ ਨੇ ਤੁਹਾਨੂੰ ਕਹਿਣਾ ਦੁਬਾਰਾ ਨਾ ਬੁਲਾਇਓ ਇਹਨੂੰ। ਕੋਈ ਗੱਲ ਨਹੀਂ, ਆਪਾਂ ਕਿਹੜੇ ਪੈਸੇ ਲੈਣੇ ਆ। ਬੋਲੋ ਵਾਹਿਗੁਰੂ ਵਾਹਿਗੁਰੂ। ਆਪਾਂ ਤਾਂ ਗੁਰੂ ਨਾਨਕ ਦੇ ਆ। ਤੇ ਗੁਰੂ ਨਾਨਕ ਦਾ ਸਿੱਖ ਭੁੱਖਾ ਰਹਿ ਜੇ ਨਾ, ਤਖਤ ਹਿੱਲ ਜਾਂਦਾ ਅਕਾਲ ਪੁਰਖ ਦਾ। ਅਰਸ਼ਾਂ ਤੋਂ ਥਾਲੀਆਂ ਉਤਰ ਆਉਂਦੀਆਂ ਨੇ। ਹੋਵੇ ਗੁਰੂ ਨਾਨਕ ਦਾ ਸਿੱਖ, ਹੋਵੇ ਭਰੋਸੇ ਵਾਲਾ। ਭਰੋਸੇ ਤੋਂ ਬਗੈਰ ਕੁਛ ਨਹੀਂ ਮਿਲਣਾ। ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੇ ਸੋ ਪਾਵੇ ਦਰਗਾ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਐਵੇਂ ਨਹੀਂ ਹੈ, ਐਵੇਂ ਨਹੀਂ ਹੈ 7 ਸਾਲ ਤੇ 9 ਸਾਲ ਦੇ ਬੱਚੇ ਨੀਵਾਂ 'ਚ ਖਲੋ ਗਏ। ਅੰਦਰ ਦੀ ਵਾਹਿਗੁਰੂ ਕਹਿੰਦੇ ਡਰਾਉਂਦੇ ਕਿਹਨੂੰ ਹੋ ਤੇ ਮੌਤ ਦਾ ਡਰ ਕਿਹਨੂੰ ਦਿੰਦੇ ਹੋ? ਅਸਾਂ ਤਾਂ ਜੀਵਨ ਹੀ ਮੌਤ 'ਚੋਂ ਲਿਆ। ਸਿੱਖ ਦਾ ਤੇ ਜੀਵਨ ਹੀ ਮੌਤ 'ਚ ਹੁੰਦਾ ਹੈ। ਸਿੱਖ ਦਾ ਜਨਮ ਬਾਟੇ ਵਿੱਚ ਹੁੰਦਾ ਹੈ, ਖੰਡੇ ਬਾਟੇ ਵਿੱਚੋਂ। ਇਹ ਸਰੀਰ ਦਾ ਨਾਂ ਸਿੱਖ ਨਹੀਂ ਹੈਗਾ। ਇਹ ਜੋ ਬੋਲਦੀ ਪਈ ਹੈ ਸੁਰਤ, ਇਹਦਾ ਨਾਂ ਸਿੱਖ ਹੈ। ਇਹਨੇ ਸਿੱਖ ਬਣਨਾ। ਇਹ ਸ਼ਬਦ ਗੁਰੂ ਦਾ। ਹੁਣ ਕਿੰਨਾ ਟਾਈਮ ਹੋਇਆ? ਮੇਰੇ ਕੋਲ ਘੜੀਆਂ ਨਹੀਂ। 23 ਮਿੰਟ ਹੋ ਗਏ, 25 ਮਿੰਟ, 5 ਮਿੰਟ ਹੋਰ। ਹਾਂਜੀ ਹਾਂਜੀ 5 ਮਿੰਟ ਤੋਂ ਹੀ ਟੋਲਰੇਟ ਕਰ ਲਿਓ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਮੈਂ ਹਾਲੈਂਡ ਗਿਆ ਤੇ ਉੱਥੇ ਮੈਂ ਕੀਰਤਨ ਕਰਦਾ ਸੀ, ਸੇਵਾ ਕਰਦਾ ਸੀ ਤੇ ਇੱਕ ਬੀਬੀ ਉੱਠੀ ਤੇ ਉਹ ਵਿਚਾਰੀ ਰੋਣਾ ਸ਼ੁਰੂ ਕਰਤਾ। ਉਹਨੇ ਸੱਚੀ ਗੱਲ ਉੱਚੀ ਉੱਚੀ ਰੋਈ ਜਾਵੇ। ਮੈਂ ਕਿਹਾ ਪੁੱਤਰ ਕੀ ਹੋਇਆ? ਮੈਂ ਕੁਝ ਗਲਤ ਕਹਿਤਾ? ਕਹਿੰਦੀ ਨਹੀਂ ਬਾਪੂ ਤੂੰ ਗਲਤ ਨਹੀਂ ਕਿਹਾ, ਇਹਨਾਂ ਤੈਨੂੰ ਦੁਬਾਰਾ ਬੁਲਾਉਣਾ ਹੀ ਨਹੀਂ। ਮੈਂ ਕਿਹਾ ਪੁੱਤਰ ਤੂੰ ਫਿਕਰ ਨਾ ਕਰ, ਮੈਂ ਵੀ ਅੱਜ ਹੀ ਸਾਰਾ ਕੁਝ ਕਹਿ ਜਾਣਾ। ਕਥਾ ਕੋਈ ਨਹੀਂ ਜੇ ਰੱਬ ਦੀ ਕਰ ਸਕਦਾ। ਸੁਣ ਲਿਓ ਮੇਰੀ ਗੱਲ ਆ ਧਿਆਨ ਨਾਲ ਤੇ ਮੈਂ ਸਮਾਪਤੀ ਕਰ ਦਿੰਦਾ। ਰੱਬ ਦੇ ਬਾਰੇ ਜੇ ਕੋਈ ਤੁਹਾਨੂੰ ਕਹੇ, ਮੈਂ ਅਮਰੀਕਾ ਤੋਂ ਮੈਨੂੰ ਫੋਨ ਆਇਆ, ਕੋਈ BBC ਰੋਈ ਜਾਵੇ, ਉੱਚੀ ਉੱਚੀ ਰੋਈ ਜਾਵੇ। ਮੈਂ ਕਿਹਾ ਕੀ ਹੋ ਗਿਆ? ਮੈਂ ਤੈਨੂੰ ਕੀ ਕਹਿਤਾ? ਮੈਂ ਤਾਂ ਇੱਥੇ ਇੰਡੀਆ ਬੈਠਾ ਵਾਂ।
ਕਾਹਤੋਂ ਰੋਣੀ ਪਈ ਹੈ? ਇਹ ਮੈਨੂੰ ਤੁਸੀਂ ਰੱਬ ਦੇ ਦਰਸ਼ਨ ਕਰਾ ਦਿਓ। ਮੈਂ ਕਿਹਾ ਫਿਰ ਰੱਬ ਛੋਟਾ ਹੋ ਗਿਆ ਨਾ, ਮੈਂ ਵੱਡਾ ਹੋ ਗਿਆ। ਜੇ ਰੱਬ ਦੇ ਦਰਸ਼ਨ ਮੈਂ ਕਰਾ ਸਕਦਾ ਤੇ ਫਿਰ ਰੱਬ ਤੇ ਛੋਟਾ ਹੋ ਗਿਆ ਨਾ ਮੇਰੇ ਨਾਲੋਂ, ਮੈਂ ਵੱਡਾ ਹੋ ਗਿਆ ਨਾ। ਦੁਨੀਆ ਦਾ ਕੋਈ ਬੰਦਾ ਜਿਹੜਾ ਤੁਹਾਨੂੰ ਕਵੇ ਮੈਂ ਰੱਬ ਦੇ ਦਰਸ਼ਨ ਕਰਨਾ, ਝੂਠ ਬੋਲਦਾ ਜੇ। ਕੌਣ ਮਿਲਾਏਗਾ ਜੀ? ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ। ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਮਿਲਿਆ ਤੇ ਉਹਨੇ ਮੈਨੂੰ ਪਰਮ ਪਰਮੇਸ਼ਰ ਨਾਲ ਮਿਲਾ ਦਿੱਤਾ। ਮੈਂ ਕੌਣ ਆ ਮਿਲਾਉਣ ਵਾਲਾ? ਇਹ ਕੌਣ ਨੇ ਮਿਲਾਉਣ ਵਾਲੇ? ਆ ਜੀ ਫਲਾਣਾ ਬ੍ਰਹਮ ਗਿਆਨੀ ਜੀ, ਫਲਾਣਾ ਬ੍ਰਹਮ ਗਿਆਨੀ। ਅਰੇ ਹੋਏਗਾ, ਮੈਂ ਨਹੀਂ ਕਹਿੰਦਾ ਨਹੀਂ ਹੋਏਗਾ। ਮੈਂ ਤਾਂ ਅਨਪੜ੍ਹ ਹੀ ਹਾਂ ਨਾ। ਨਹੀਂ ਸਮਝ ਲੱਗੀ ਮੇਰੀ ਗੱਲ ਦੀ? ਇਹ ਬ੍ਰਹਮ ਗਿਆਨੀ ਨੇ ਜੀ, ਮੈਂ ਮੰਨ ਲੈਣਾ ਇਹ ਬ੍ਰਹਮ ਗਿਆਨੀ ਨੇ, ਪਰ ਮੈਂ ਤਾਂ ਅਗਿਆਨੀ ਹਾਂ ਨਾ। ਗੁਆਂਢੀਆਂ ਦਾ ਮੁੰਡਾ ਐਮਏ ਕਰ ਜੇ ਤੇ ਲੱਡੂ ਤੁਸੀਂ ਵੰਡਦੇ ਫਿਰੋ। ਇਹ ਤਾਂ ਉਹੀ ਗੱਲ ਹੋਈ ਨਾ। ਉਹ ਜੇ ਤੁਹਾਨੂੰ ਬ੍ਰਹਮ ਗਿਆਨ ਹੋਏ ਤਾਂ ਨਾ ਇੱਥੇ ਕਰਦੇ ਸ਼ਬਦ ਪੜਿਆ ਬੋਲੇ ਸੋਨਿਆ, ਮੈਂ ਕਿਹਾ ਇਹਦਾ 10ਵਾਂ ਦੁਆਰ ਖੁੱਲ ਗਿਆ। ਵੀ ਖੁੱਲ ਗਿਆ 10ਵਾਂ ਦੁਆਰ ਇਹਦਾ। ਸ਼ਬਦ ਪੜਿਆ ਤੇ ਤੂੰ ਦੱਸ ਨਾ ਕੀ ਹੋਇਆ। ਉੱਥੇ ਅੱਜ ਸਫਰੇ ਸ਼ਹਾਦਤ ਚੱਲਦਾ ਪਿਆ ਜਿਹੜਾ, ਉਹ ਟੈਲੀਵਿਜ਼ਨ ਤੇ ਕੱਲ ਪਰਸੋਂ ਮੈਂ ਵੀ ਦੇਖਦਾ ਸੀ, ਵੇਲਾ ਸੀ, ਵੇਲ ਮਿਲਿਆ ਸੀ। ਉਹ ਜਿਹੜੀ ਗੱਲ ਤੇ ਨਹੀਂ ਨਾ ਉਹਦੇ ਤੇ ਵੀ ਬੋਲੇ ਸੋਨਿਆ। ਮਿਲੋ ਦੱਸੋ ਇਹ ਕਿਹੜੀ ਗੱਲ ਦਾ? ਅੰਦਰ ਤਾਂ ਝਾਤੀ ਮਾਰ, ਟੁੱਟੀ ਹੋਈ ਰੂਹ, ਟੁੱਟੀ ਹੋਈ ਜਿੰਦ। ਅਰੇ ਜਿੱਦਣ ਅੰਦਰ ਭਾਗ ਲੱਗਣਗੇ ਨਾ, ਕੋਈ ਉਦਣ ਬੁਲਾ ਲਈ, ਉਦਣ ਜਿੱਦਣ ਨਿਹਾਲ ਹੋ ਜਾਏਗਾ ਕਹਿ ਲਈ ਬੋਲੇ ਸੋ ਨਿਹਾਲ। ਚਲੋ ਤਾਂ ਭਾਈ ਅਗਲੇ ਦੀਵਾਨ ਚੋਂ ਆਪਾਂ ਫਿਰ ਅਗਲੀ ਗੱਲ ਕਰਾਂਗੇ। ਅਜੇ ਤਾਂ ਮੈਂ ਜਨਰਲ ਦੀਆਂ ਗੱਲਾਂ ਕੀਤੀਆਂ ਤੁਹਾਡੇ ਨਾਲ ਥੋੜ੍ਹੀਆਂ। ਆਪਾਂ ਨੇ ਸਿੱਖੀ ਕਮਾਉਣੀ ਆ। ਧਰਮ ਕਮਾਵੇ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਹਾਂ ਲਿਖ ਲਓ, ਧਰਮ ਕਮਾਵੇ ਧਰਮ ਨਾ ਹੋਵੇ। ਇਹਦੀ ਦਰਗਾਹ 'ਚ ਜਿਹੜਾ ਧਰਮ ਕਮਾਏਗਾ ਉਹਦਾ ਨਾਂ ਧਰਮੀ ਹੋਏਗਾ, ਭਾਵ ਜਿਹੜਾ ਸਿੱਖੀ ਕਮਾਏਗਾ ਉਹਦਾ ਨਾਂ ਸਿੱਖ ਹੋਏਗਾ। ਜੇ ਪਾਪ ਕਰਦਾ ਤੇ ਪਾਪੀ ਹੀ ਜਾਣਿਆ ਜਾਏਗਾ। ਪਾਪ ਕਮਾਣੇ ਪਾਪੀ ਜਾਣੀਏ। ਤਾਂ ਸਮਾਂ ਸਮਾਪਤ ਆ। ਆਓ ਬੜੇ ਪਵਿੱਤਰ ਦਿਨ ਨੇ। ਖਾਲੀ ਇਹ ਨਹੀਂ ਆ ਵੀ ਲੰਗਰ ਲਾ ਲਿਆ, ਕੀਰਤਨ ਦਰਬਾਰ ਕਰਾ ਲਿਆ। ਨਹੀਂ ਨਹੀਂ ਨਹੀਂ, ਥੋੜ੍ਹਾ ਜਿਹਾ ਅੱਗੇ ਚੱਲੀਏ, ਥੋੜ੍ਹਾ ਜਿਹਾ ਰਸਤੇ 'ਤੇ ਤੁਰਨ ਦੀ ਕੋਸ਼ਿਸ਼ ਕਰੀਏ, ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ। ਤੇ ਉਹ ਕਿਵੇਂ ਹੋਏਗਾ? ਜੀ ਕੀ ਜੋ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਤਨ ਮਨ ਅਰਪ ਧਰ, ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ। ਇੱਥੋਂ ਮੰਗਿਆ ਕਰੋ ਬੀਬੀਓ, ਇਹ ਮੇਰੀਓ ਭੈਣੋ, ਇਹਦੇ ਦਰ ਤੇ ਖਲੋ ਕੇ ਮੰਗਿਆ ਕਰੋ। ਮੇਰੀ ਕੁੱਖ ਨੂੰ ਭਾਗ ਲਾ ਦੇ, ਜੀਤ ਸਿੰਘ ਵਰਗਾ, ਜੁਝਾਰ ਸਿੰਘ ਵਰਗਾ ਇੱਥੇ ਭੇਜ ਦੇ। ਜੋਰਾਵਰ ਫਤਿਹ ਸਿੰਘ ਮੇਰੇ ਘਰ ਵੀ ਭੇਜ ਦੇ। ਜਿਸ ਕੌਮ ਦੀਆਂ ਭੈਣਾਂ ਬੀਬੀਆਂ ਧੀਆਂ ਧਰਮ ਛੱਡ ਜਾਂਦੀਆਂ ਨੇ, ਉਹ ਧਰਮ ਖਤਮ ਕਰਨ ਦੀ ਲੋੜ ਹੀ ਨਹੀਂ, 50 ਸਾਲ ਵਿੱਚ ਆਪੇ ਹੀ ਖਤਮ ਹੋ ਜਾਂਦਾ। ਅੱਜ ਤੁਸੀਂ ਦੇਖ ਲਓ, ਮਾਫ ਕਰਨਾ ਮੈਨੂੰ ਕਹਿਣ ਦੇਣਾ, ਅੱਜ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਕਿੱਧਰ ਤੁਰ ਪਈਆਂ? ਤੁਸੀਂ ਵੀ ਬਿਊਟੀ ਪਾਰਲਰ ਨੂੰ ਤੁਰ ਪਈਆਂ। ਧਰਮ ਕਿੱਥੋਂ ਆਏਗਾ? ਬਾਕੀ ਦੀ ਗੱਲ ਅਗਲੇ ਦੀਵਾਨ 'ਚ ਸ਼ੁਰੂ, ਇੱਥੇ ਹੀ ਸ਼ੁਰੂ ਕਰਾਂਗੇ। ਤੁਸਾਂ ਧਰਮ ਨੂੰ, ਗੁਰੂ ਨਾਨਕ ਦੇ ਧਰਮ ਨੂੰ ਜੇ ਕਿਸੇ ਨੇ ਬਚਾਉਣਾ ਹੈ ਤੇ ਤੁਸਾਂ, ਤੁਹਾਡੀ ਕੁੱਖ 'ਚ ਜਨਮ ਲੈਣਾ ਹੈ ਜੁਝਾਰ ਸਿੰਘ ਨੇ, ਤੁਹਾਡੀ ਕੁੱਖ 'ਚੋਂ ਪੈਦਾ ਹੋਣਾ ਤਾਰੂ ਸਿੰਘ, ਤੁਹਾਡੀ ਕੁੱਖ 'ਚੋਂ ਪੈਦਾ ਹੋਣੇ ਨੇ ਸੂਰਬੀਰ ਬਹਾਦਰ, ਗੁਰਸਿੱਖ ਸੂਰਮੇ ਸੰਤ ਭਗਤ।
ਤੇ ਸੰਤ ਭਗਤ ਸੂਰਬੀਰ ਨੂੰ ਜਨਮ ਦੇਣ ਲਈ ਮਾਂ ਵੀ ਸੰਤ ਭਗਤ ਤੇ ਸ਼ੂਰਬੀਰ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।